नमस्कार दोस्तों, स्वागत है आपका हमारे YouTube चैनल एग्जाम प्रेपरेशन पर। आज का सेशन शुरू करने से पहले यदि आप हमारे चैनल पर नए हैं तो हमारा चैनल सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਚਾਲਕੀਆ ਰਾਜ। ਚੱਲਦੇ ਹਾਂ ਜੀ ਅੱਜ ਦੇ ਆਪਣੇ ਟੌਪਿਕ ਤੇ। ਜਿਹੜਾ ਚਾਲਕੀਆ ਰਾਜਵੰਸ਼ ਹੈ ਇਹਨੂੰ ਆਪਾਂ ਤਿੰਨ ਭਾਗਾਂ ਦੇ ਵਿੱਚ ਦੀ ਸਟੱਡੀ ਕਰਦੇ ਹਾਂ। ਬਦਾਮੀ ਚਾਲਕੀਆ ਜਿਸ ਦੀ ਰਾਜਧਾਨੀ ਬਦਾਮੀ ਜਾਂ ਬਦਾਪੀ ਸੀ, ਪੂਰਬੀ ਚਾਲਕੀਆ ਜਿਹਦੀ ਰਾਜਧਾਨੀ ਵੇਂਗੀ ਸੀ, ਤੇ ਇੱਕ ਹੈ ਆਪਣੇ ਕੋਲ ਕਲਿਆਣੀ ਦੇ ਚਾਲਕੀਆ, ਠੀਕ ਹੈ ਜੀ, ਜਿਹਨੂੰ ਆਪਾਂ ਪੱਛਮੀ ਚਾਲਕੀਆ ਕਹਿੰਦੇ ਹਾਂ, ਠੀਕ ਹੈ ਜੀ। ਸਭ ਤੋਂ ਪਹਿਲਾਂ ਪੜਾਂਗੇ ਆਪਾਂ ਬਦਾਮੀ ਚਾਲਕੀਆ। ਇਹ ਸਭ ਤੋਂ ਪੁਰਾਣੇ ਚਾਲਕੀਆ ਹੈ, ਠੀਕ ਹੈ ਜੀ। ਬਦਾਮੀ ਦੇ ਚਾਲਕੀਆ ਸਭ ਤੋਂ ਪੁਰਾਣੇ ਚਾਲਕੀਆ ਹੈ। ਇਹਨਾਂ ਦੀ ਜਿਹੜੀ ਰਾਜਧਾਨੀ ਸੀ ਉਹ ਬਦਾਮੀ ਜਾਂ ਬਦਾਪੀ ਸੀ। ਕਰਨਾਟਕਾ ਸਟੇਟ ਦੇ ਵਿੱਚ ਸਥਿਤ ਹੈ ਇਹ। 8ਵੀਂ ਸਦੀ ਤੱਕ ਦੇ ਅੱਧ ਤੱਕ ਬਦਾਮੀ ਚਾਲਕੀਆ ਦਾ ਜਿਹੜਾ ਰਾਜ ਰਿਹਾ, ਲਗਭਗ 753 ਈਸਵੀ ਤੱਕ ਇਹਨਾਂ ਦਾ ਜਿਹੜਾ ਸ਼ਾਸਨ ਰਿਹਾ। ਇਸ ਵੰਸ਼ ਦਾ ਸਭ ਤੋਂ ਮਹਾਨ ਰਾਜਾ ਜਿਹੜਾ ਪੁਲਕੇਸ਼ਨ ਦੂਜਾ ਸੀ, ਉਹਦੀ ਮੌਤ ਤੋਂ ਬਾਅਦ ਬਦਾਮੀ ਚਾਲਕੀਆ ਦਾ ਪਤਨ ਸ਼ੁਰੂ ਹੋ ਗਿਆ, ਠੀਕ ਹੈ ਜੀ। ਇਹ ਧਿਆਨ 'ਚ ਰੱਖਣਾ ਜੀ। ਪੂਰਬੀ ਚਾਲਕੀਆ, ਪੁਲਕੇਸ਼ਨ ਦੂਜੇ ਦੀ ਮੌਤ ਤੋਂ ਬਾਅਦ ਪੂਰਬੀ ਚਾਲਕੀਆ ਦਾ ਜਿਹੜਾ ਜਨਮ ਹੁੰਦਾ ਹੈ, ਤੇ ਇਸ ਰਾਜਵੰਸ਼ ਦੀ ਜਿਹੜੀ ਰਾਜਧਾਨੀ ਉਹ ਵੇਂਗੀ ਸੀ, ਤੇ 11ਵੀਂ ਸਦੀ ਤੱਕ ਇਹਦਾ ਜਿਹੜਾ ਸ਼ਾਸਨ ਜਿਹੜਾ ਰਿਹਾ, ਠੀਕ ਹੈ ਜੀ। ਇਹ ਧਿਆਨ 'ਚ ਰੱਖਣੇ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਪੱਛਮੀ ਚਾਲਕੀਆ, ਪੱਛਮੀ ਚਾਲਕੀਆ ਜਿਹੜੇ ਉਹ ਬਦਾਮੀ ਚਾਲਕੀਆ ਦੇ ਹੀ ਵੰਸ਼ਜ ਹੈ, ਤੇ ਇਹ 10ਵੀਂ ਸਦੀ ਦੇ ਵਿੱਚ ਇਹਨਾਂ ਦਾ ਉਭਾਰ ਹੋਇਆ, ਉਦੇ ਹੋਇਆ, ਤੇ ਇਸ ਪੱਛਮੀ ਚਾਲਕੀਆ ਦੀ ਜਿਹੜੀ ਰਾਜਧਾਨੀ ਉਹ ਕਲਿਆਣੀ ਸੀ, ਠੀਕ ਹੈ ਜੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, ਚਾਲਕੀਆ ਡਾਇਨਾਸਟੀ ਰੂਲਡ ਇਨ ਬਦਾਪੀ, ਠੀਕ ਹੈ। ਚਾਲਕੀਆ ਰਾਜਵੰਸ਼ ਨੇ ਬਦਾਪੀ ਦੇ ਵਿੱਚ ਸ਼ਾਸਨ ਕੀਤਾ। ਇਹ ਦੱਸਣਾ ਹੈ ਮਾਡਰਨ ਡੇ ਕਿਹੜੇ ਇੰਡੀਅਨ ਸਟੇਟ ਦੇ ਵਿੱਚ ਇਹ ਲੋਕੇਟ ਹੈ। ਹਾਂਜੀ, ਜਿਹੜੀ ਬਦਾਪੀ ਹੈ ਉਹ ਜਿਹੜੀ ਰਾਜਧਾਨੀ ਸੀਗੀ ਚਾਲਕੀਆ ਵੰਸ਼ ਦੀ, ਇਹ ਕਰਨਾਟਕਾ ਸਟੇਟ ਦੇ ਵਿੱਚ ਹੈ। ਪੱਛਮੀ ਚਾਲਕੀਆ ਦੀ ਰਾਜਧਾਨੀ ਕਿਹੜੀ ਸੀ? ਹਾਂਜੀ, ਪੱਛਮੀ ਚਾਲਕੀਆ ਦੀ ਰਾਜਧਾਨੀ ਹੈ ਉਹ ਕਲਿਆਣੀ ਸੀ, ਤੇ ਪੂਰਬੀ ਦੀ ਜਿਹੜੀ ਸੀਗੀ ਰਾਜਧਾਨੀ ਉਹ ਸੀ ਵੇਂਗੀ, ਠੀਕ ਹੈ ਜੀ। ਇਹ ਧਿਆਨ ਰੱਖਣਾ ਹੈ। ਚਾਲਕੀਆ ਰਾਜਵੰਸ਼ ਦੀ ਹੱਦ ਸੀਮਾ ਦੱਸਣੀ ਕਿੱਥੋਂ ਕਿੱਥੋਂ ਤੱਕ ਇਹਨਾਂ ਦਾ ਰਾਜ ਫੈਲਿਆ ਹੋਇਆ ਸੀਗਾ। ਚਾਲਕੀਆ ਰਾਜਵੰਸ਼ ਪੁਲਕੇਸ਼ਨ ਦੂਜੇ ਦੇ ਰਾਜ ਦੇ ਦੌਰਾਨ ਆਪਣੇ ਪੂਰੇ ਸਿਖਰ 'ਤੇ ਸੀ, ਤੇ ਉਸਦੇ ਦਾਦਾ ਪੁਲਕੇਸ਼ਨ ਪਹਿਲਾ ਨੇ ਬਦਾਪੀ ਦੇ ਆਲੇ ਦੁਆਲੇ ਆਪਣੇ ਸਾਮਰਾਜ ਦਾ ਜਿਹੜਾ ਗਠਨ ਕੀਤਾ ਸੀ। ਪੁਲਕੇਸ਼ਨ ਦੂਜੇ ਨੇ ਮੈਸੂਰ ਦੀ ਗੰਗਾ, ਕਦੰਬਾ, ਉੱਤਰੀ ਕੋਂਕਣ ਦੇ ਮੋਰਾਵ, ਗੁਜਰਾਤ ਦੇ ਲਤਾ, ਮਾਲਵਾ ਤੇ ਗੁਜਰਾਂ ਨੂੰ ਆਪਣੇ ਅਧੀਨ ਕਰ ਲਿਆ ਸੀ, ਠੀਕ ਹੈ ਜੀ। ਇਹ ਸਾਰੇ ਜਿਹੜੇ ਹੈਗੇ ਆ ਮਾਲਵਾ ਤੇ ਗੁਜਰਾਂ ਨੂੰ ਆਪਣੇ ਅਧੀਨ ਕਰ ਲਿਆ ਸੀਗਾ ਪੁਲਕੇਸ਼ਨ ਦੂਜੇ ਨੇ। ਹਾਂਜੀ, ਪੁਲਕੇਸ਼ਨ ਦੂਜੇ ਨੇ ਚੋਲ, ਚੇਰ, ਪਾਂਡੇ ਰਾਜਿਆਂ ਦੇ ਤੋਂ ਵੀ ਆਪਣੀ ਅਧੀਨਤਾ ਜਿਹੜੀ ਆ ਸਵੀਕਾਰ ਕਰਨ ਦੇ ਵਿੱਚ ਉਸਨੇ ਸਫਲਤਾ ਪ੍ਰਾਪਤ ਕੀਤੀ ਸੀ। ਪੁਲਕੇਸ਼ਨ ਦੂਜੇ ਨੇ ਕਨੌਜ ਦੇ ਰਾਜਾ ਹਰਸ਼ਵਰਧਨ ਤੇ ਪਲਵਾਂ ਦੇ ਰਾਜੇ ਮਹਿੰਦਰਵਰਮਨ ਨੂੰ ਵੀ ਹਰਾਇਆ ਸੀ, ਠੀਕ ਹੈ ਜੀ। ਇਹ ਧਿਆਨ 'ਚ ਰੱਖਣਾ ਬਹੁਤ ਇੰਪੋਰਟੈਂਟ ਫੈਕਟ ਹੈ। ਪਲਵਾਂ ਦਾ ਰਾਜਾ ਮਹਿੰਦਰਵਰਮਨ ਇਹਨੂੰ ਹਰਾਇਆ ਸੀ, ਤੇ ਕਨੌਜ ਦੇ ਰਾਜਾ ਜਿਹੜਾ ਹੈਗਾ ਹਰਸ਼ ਉਸ ਨੂੰ ਹਰਾਇਆ ਸੀ, ਠੀਕ ਹੈ ਜੀ। ਹਾਂਜੀ, ਬਦਾਮੀ ਕਿਸ ਦੇ ਰਾਜ ਵਿੱਚ ਆਪਣੀ ਚਰਮ ਸੀਮਾ 'ਤੇ ਸੀ? ਉਹ ਪੁਲਕੇਸ਼ਨ ਦੂਜੇ ਦੇ ਕਾਰਜਕਾਲ ਦੇ ਸਮੇਂ ਜਿਹੜਾ ਬਦਾਮੀ ਆਪਣੇ ਪੂਰੇ ਚਰਮ ਸੀਮਾ 'ਤੇ ਸੀ। ਹਾਂਜੀ, ਆ ਕੁਝ ਤੁਹਾਡੇ ਲਈ ਮੈਂ ਚਾਰਟ ਲੈ ਕੇ ਆਇਆ, ਬਹੁਤ ਇੰਪੋਰਟੈਂਟ ਹੈ, ਇਸ ਚਾਰਟ ਨੂੰ ਧਿਆਨ 'ਚ ਰੱਖਣਾ ਹੈ। ਸਭ ਤੋਂ ਪਹਿਲਾਂ ਜਿਹੜਾ ਹੈ ਪੁਲਕੇਸ਼ਨ ਪਹਿਲਾ, ਉਹਦਾ ਸ਼ਾਸਨਕਾਲ 535 ਤੋਂ ਲੈ ਕੇ 566 ਤੱਕ ਹੈ। ਹਾਂਜੀ, ਇਹਦੇ ਦੋ ਬੇਟੇ ਸੀਗੇ, ਕੀਰਤੀਵਰਮਨ ਪਹਿਲਾ ਤੇ ਦੂਸਰਾ ਸੀ ਮੰਗਲੇਸ਼। ਵੱਡਾ ਬੇਟਾ ਸੀ ਕੀਰਤੀਵਰਮਨ ਪਹਿਲਾ। ਸਭ ਤੋਂ ਪਹਿਲਾਂ ਆਪਣੀ ਮੌਤ ਤੋਂ ਬਾਅਦ ਉਸਨੇ ਕੀਰਤੀਵਰਮਨ ਪਹਿਲੇ ਨੂੰ ਗੱਦੀ ਤੇ ਬਿਠਾਇਆ। ਇਹਦਾ ਜਿਹੜਾ ਸ਼ਾਸਨਕਾਲ ਹੈ ਉਹ 566 ਤੋਂ ਲੈ ਕੇ 597 ਤੱਕ ਰਿਹਾ। ਫਿਰ ਇਸ ਕੀਰਤੀਵਰਮਨ ਦੀ ਮੌਤ ਤੋਂ ਬਾਅਦ ਉਹਦਾ ਭਰਾ ਮੰਗਲੇਸ਼ ਉਹ ਗੱਦੀ ਤੇ ਬੈਠਦਾ। ਇਹਦਾ ਸ਼ਾਸਨਕਾਲ ਹੈ ਜਿਹੜਾ 597 ਤੋਂ ਲੈ ਕੇ 610 ਹੈ। 610 ਦੇ ਵਿੱਚ ਕੀਰਤੀਵਰਮਨ ਦਾ ਬੇਟਾ ਪੁਲਕੇਸ਼ਨ ਦੂਜਾ ਉਹ ਆਪਣੇ ਚਾਚਾ ਮੰਗਲੇਸ਼ ਦੀ ਹੱਤਿਆ ਕਰ ਦਿੰਦਾ ਹੈ, ਤੇ ਜਿਹੜਾ ਹੈ ਰਾਜਗੱਦੀ ਸੰਭਾਲ ਲੈਂਦਾ ਪੁਲਕੇਸ਼ਨ ਦੂਸਰਾ। ਇਹਦਾ ਜਿਹੜਾ ਸ਼ਾਸਨਕਾਲ ਹੈ 610 ਤੋਂ ਲੈ ਕੇ 642 ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜਿਹੜਾ ਚਾਲਕੀਆ ਵੰਸ਼ ਦੇ ਵਿੱਚ ਉਹ ਪੁਲਕੇਸ਼ਨ ਦੂਜਾ ਹੈ, ਧਿਆਨ 'ਚ ਰੱਖਣਾ ਜੀ। ਪੁਲਕੇਸ਼ਨ ਦੂਜੇ ਤੋਂ ਬਾਅਦ, ਠੀਕ ਹੈ ਜੀ, ਪੁਲਕੇਸ਼ਨ ਦੂਜੇ ਦਾ ਪਲਵਾਂ ਦੇ ਨਾਲ ਯੁੱਧ ਹੁੰਦਾ ਹੈ, ਠੀਕ ਹੈ। ਨਰਸਿਮ ਵਰਮਨ ਪਹਿਲਾ ਹੈ ਉਹ ਪੁਲਕੇਸ਼ਨ ਦੂਸਰੇ ਦੀ ਹੱਤਿਆ ਕਰ ਦਿੰਦਾ ਹੈ, ਤੇ ਇਹਨਾਂ ਦੀ ਰਾਜਧਾਨੀ ਬਦਾਪੀ ਤੇ ਕਬਜ਼ਾ ਕਰ ਲੈਂਦਾ ਹੈ। ਲਗਭਗ 13 ਸਾਲ ਜਿਹੜਾ ਪਲਵਾਂ ਦਾ ਕਬਜ਼ਾ ਰਹਿੰਦਾ ਹੈ ਬਦਾਪੀ ਤੇ 42 ਤੋਂ ਬਾਅਦ 13 ਹੋਰ ਐਡ ਕਰ ਲਈਏ ਤੇ 655 ਤੇ ਫਿਰ ਵਿਕਰਮ ਦੱਤਿਆ ਪਹਿਲਾ, ਠੀਕ ਹੈ ਜੀ, ਉਹ ਦੁਬਾਰਾ ਫਿਰ ਬਦਾਪੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਤੇ ਉੱਥੇ ਸ਼ਾਸਨ ਸ਼ੁਰੂ ਕਰਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ 655 ਤੋਂ ਲੈ ਕੇ 680 ਤੱਕ ਵਿਕਰਮ ਦੱਤੇ ਪਹਿਲਾ ਉਹਦਾ ਸ਼ਾਸਨਕਾਲ ਹੈ। ਉਸ ਤੋਂ ਬਾਅਦ ਵਿਨੈ ਦੱਤੇ ਉਹਦਾ ਮੁੰਡਾ 680 ਤੋਂ ਲੈ ਕੇ 696 ਤੱਕ ਉਹਦਾ ਸ਼ਾਸਨਕਾਲ ਚੱਲਦਾ ਜੀ। 696 ਤੋਂ ਲੈ ਕੇ 773 ਤੱਕ ਉਹਦਾ ਬੇਟਾ ਜਿਹੜਾ ਵਿਜੇ ਦੱਤਿਆ ਇਹਦਾ ਸ਼ਾਸਨਕਾਲ ਚੱਲਦਾ ਹੈ। 633 ਤੋਂ ਲੈ ਕੇ 747 ਤੱਕ ਵਿਕਰਮ ਦੱਤੇ ਦੂਸਰਾ ਉਹਦਾ ਜਿਹੜਾ ਸ਼ਾਸਨਕਾਲ ਹੈ। ਤੇ ਆਖਰੀ ਜਿਹੜਾ ਚਾਲਕੀਆ ਸ਼ਾਸਕ ਸੀਗਾ ਬਦਾਮੀ ਦਾ ਉਹ ਸੀ ਕੀਰਤੀਵਰਮਨ ਦੂਸਰਾ, ਠੀਕ ਹੈ ਜੀ। ਇਹਦਾ ਸ਼ਾਸਨਕਾਲ ਹੈ ਜਿਹੜਾ ਉਹ 746 ਤੋਂ ਲੈ ਕੇ 557 ਤੱਕ ਹੈ, ਠੀਕ ਹੈ ਜੀ। ਇਹ ਸਾਰੇ ਇੰਪੋਰਟੈਂਟ ਹੈ। ਚਾਰਟ ਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ, ਇਹਦਾ ਸਕਰੀਨਸ਼ਾਟ ਲੈ ਲੈਣਾ, ਠੀਕ ਹੈ। ਜਿੰਨੇ ਚਿਰ ਚਾਰਟ ਸਮਝ 'ਚ ਨਹੀਂ ਆਏਗਾ ਉਹਨਾਂ ਚਿਰ ਜਿਹੜਾ ਅੱਗੇ ਹੈ ਜਿਹੜਾ ਉਹ ਤੁਸੀਂ ਕਨਫਿਊਜ਼ ਹੁੰਦੇ ਰਹੋਗੇ। ਹਾਂਜੀ, ਬਦਾਮੀ ਦੇ ਚਾਲਕੀਆ ਜਿਹੜਾ ਹੈ ਉਹਨਾਂ ਦਾ ਸ਼ਾਸਨਕਾਲ 500 ਤੋਂ ਲੈ ਕੇ 753 ਈਸਵੀ ਤੱਕ ਹੈ। ਜੈਸਿਮਾ ਚਾਲਕੀਆ ਰਾਜਵੰਸ਼ ਦਾ ਸਭ ਤੋਂ ਪਹਿਲਾ ਸ਼ਾਸਕ ਸੀਗਾ, ਠੀਕ ਹੈ। ਧਿਆਨ ਰੱਖਣਾ ਪਹਿਲਾ ਸ਼ਾਸਕ ਜੈਸਿਮਾ ਸੀ, ਬਟ ਨਾਟ ਦੀ ਫਾਊਂਡਰ ਆਫ ਦੀ ਚਾਲਕੀਆ ਡਾਇਨੈਸਟੀ। ਪਰ ਚਾਲਕੀਆ ਡਾਇਨੈਸਟੀ ਦਾ ਫਾਊਂਡਰ ਨਹੀਂ ਸੀ, ਕਿਉਂਕਿ ਇਹ ਅਧੀਨ ਸ਼ਾਸਕਾਂ ਦੇ ਵਿੱਚ ਸੀਗਾ। ਹਾਂਜੀ, ਇਸ ਸ਼ਾਖਾ ਨੂੰ ਸ਼ੁਰੂਆਤੀ ਪੱਛਮੀ ਚਾਲਕੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਠੀਕ ਹੈ ਜੀ। ਤੇ ਬਦਾਪੀ ਤੇ ਬਦਾਮੀ ਹੈ ਜਿਹੜੀ ਇਹਨਾਂ ਦੀ ਰਾਜਧਾਨੀ ਸੀ ਕਰਨਾਟਕਾ ਦੇ ਵਿੱਚ, ਬੀਜਾਪੁਰ ਜ਼ਿਲ੍ਹੇ ਦੇ ਵਿੱਚ। ਕਰਨਾਟਕਾ ਬੀਜਾਪੁਰ ਜ਼ਿਲ੍ਹੇ ਦੇ ਵਿੱਚ ਬਦਾਪੀ ਬਦਾਮੀ ਹੈ ਜਿਹੜੀ, ਉੱਥੇ ਇਹਨਾਂ ਨੇ ਆਪਣਾ ਜਿਹੜਾ ਸਮਰਾਜ ਆ ਉਹਦੀ ਸਥਾਪਨਾ ਕੀਤੀ ਸੀ। ਹਾਂਜੀ, ਸਭ ਤੋਂ ਪਹਿਲਾਂ ਹੈ ਪੁਲਕੇਸ਼ਨ ਪਹਿਲਾ। ਇਹਦਾ ਕਾਰਜਕਾਲ 535 ਤੋਂ ਲੈ ਕੇ 566 ਤੱਕ ਹੈ, ਤੇ ਇਸ ਨੂੰ ਚਾਲਕੀਆ ਰਾਜਵੰਸ਼ ਦਾ ਸੰਸਥਾਪਕ ਜਿਹੜਾ ਹੈ ਉਹ ਕਿਹਾ ਜਾਂਦਾ ਪੁਲਕੇਸ਼ਨ ਪਹਿਲੇ ਨੂੰ। ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖਣਾ ਜੀ। ਬਦਾਪੀ ਹੈ ਜਿਹੜੀ ਇਹਨਾਂ ਦੀ ਰਾਜਧਾਨੀ ਸੀਗੀ, ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ।
ਹੂ ਫਾਊਂਡਡ ਵਿਤਾਪੀ, ਵਿਤਾਪੀ ਦੀ ਜਿਹੜੀ ਸਥਾਪਨਾ ਕਿਸ ਨੇ ਕੀਤੀ ਸੀ? ਵਿਤਾਪੀ ਦੀ ਸਥਾਪਨਾ ਜਿਹੜੇ ਉਹ ਪੁਲਕੇਸ਼ਨ ਪਹਿਲੇ ਨੇ ਕੀਤੀ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਵਟ ਵਾਜ ਦੀ ਰੂਲ ਪੀਰੀਅਡ ਆਫ ਪੁਲਕੇਸ਼ਨ ਪਹਿਲਾ? ਪੁਲਕੇਸ਼ਨ ਪਹਿਲੇ ਦਾ ਜਿਹੜਾ ਹੈ ਰਾਜ ਦਾ ਸਮਾਂ ਦੱਸਣਾ, ਸ਼ਾਸਨ ਸਮਾਂ ਦੱਸਣਾ ਹੈ, ਉਹ 535 ਤੋਂ ਲੈ ਕੇ 566 ਈਸਵੀ ਤੱਕ ਹੈ ਪੁਲਕੇਸ਼ਨ ਪਹਿਲੇ ਦਾ ਜਿਹੜਾ ਕਾਰਜਕਾਲ ਦਾ ਸਮਾਂ ਸੀ। ਹੂ ਵਾਜ ਦੀ ਫਾਊਂਡਰ ਆਫ ਬਦਾਮੀ ਚਾਲਕੀਆ ਡਾਇਨੈਸਟੀ? ਫਾਊਂਡਰ ਦੀ ਗੱਲ ਕਰ ਰਹੇ ਆ, ਬਦਾਮੀ ਚਾਲਕੀਆ ਡਾਇਨੈਸਟੀ ਦਾ ਫਾਊਂਡਰ ਕੌਣ ਸੀ? ਹਾਂਜੀ, ਇਹ ਪੁਲਕੇਸ਼ਨ ਪਹਿਲੇ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਪੁਲਕੇਸ਼ਨ ਪਹਿਲੇ ਦੇ 2 ਬੇਟੇ ਸੀਗੇ, ਇੱਕ ਸੀ ਆਪਣੇ ਕੋਲ ਕੀਰਤੀ ਵਰਮਨ, ਠੀਕ ਹੈ, ਇਹ ਵੱਡਾ ਬੇਟਾ ਸੀ, ਤੇ ਛੋਟਾ ਸੀ ਮੰਗਲੇਸ਼, ਆਹ ਛੋਟਾ ਬੇਟਾ ਸੀਗਾ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਹੂ ਵਾਜ ਦੀ ਫਸਟ ਰੂਲਰ ਆਫ ਬਦਾਮੀ ਚਾਲਕੀਆ ਡਾਇਨੈਸਟੀ? ਇੱਥੇ ਫਸਟ ਰੂਲਰ ਦੀ ਗੱਲ ਕਰ ਰਹੇ ਹੈ, ਨਾਟ ਦੀ ਫਾਊਂਡਰ, ਨਾ ਕਿ ਫਾਊਂਡਰ ਦੀ ਗੱਲ ਹੋ ਰਹੀ ਹੈ। ਹਾਂਜੀ, ਇਹਦਾ ਜਿਹੜਾ ਪਹਿਲਾ ਬਦਾਮੀ ਚਾਲਕੀਆ ਦਾ ਜਿਹੜਾ ਪਹਿਲਾ ਸ਼ਾਸਕ ਸੀਗਾ ਉਹ ਸੀ ਜੈਸਿਮਾ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਕੁਝ ਹੋਰ ਇੰਪੋਰਟੈਂਟ ਫੈਕਟ। ਕੀਰਤੀ ਵਰਮਨ ਪਹਿਲਾ, ਠੀਕ ਹੈ ਜੀ, 566 ਤੋਂ ਲੈ ਕੇ 597 ਤੱਕ ਇਹਦਾ ਸ਼ਾਸਨਕਾਲ ਹੈ। ਇਹ ਪੁਲਕੇਸ਼ਨ ਪਹਿਲੇ ਦਾ ਪੁੱਤਰ ਸੀਗਾ, ਵੱਡਾ ਬੇਟਾ ਸੀਗਾ, ਤੇ ਇਸ ਨੂੰ ਕ੍ਰੇਟਰ ਆਫ ਵਿਤਾਪੀ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਕ੍ਰੇਟਰ ਆਫ ਵਿਤਾਪੀ ਹੈ ਜਿਹੜਾ ਉਹ ਕਿਸ ਨੂੰ ਕਿਹਾ ਜਾਂਦਾ? ਕੀਰਤੀ ਵਰਮਨ ਪਹਿਲੇ ਨੂੰ ਕਿਹਾ ਜਾਂਦਾ ਹੈ। ਤੇ ਇਸ ਨੇ ਕੋਂਕਣ, ਜਿਹਨੂੰ ਅੱਜਕੱਲ ਗੋਆ ਕਿਹਾ ਜਾਂਦਾ ਹੈ, ਤੇ ਉੱਤਰੀ ਕੇਰਲਾ, ਇਸ ਨੂੰ ਜਿੱਤ ਲਿਆ ਸੀਗਾ। ਮੰਗਲੇਸ਼, ਇਹਦਾ ਸ਼ਾਸਨਕਾਲ ਹੈ ਜਿਹੜਾ ਉਹ 597 ਤੋਂ ਲੈ ਕੇ 609 ਜਾਂ 10 ਤੱਕ ਹੈ। ਕਿ ਇਹ ਕੀਰਤੀ ਵਰਮਨ ਦਾ ਛੋਟਾ ਭਰਾ ਸੀਗਾ, ਕਹਿ ਲਓ ਪੁਲਕੇਸ਼ਨ ਪਹਿਲੇ ਦਾ ਛੋਟਾ ਬੇਟਾ ਸੀ। ਇਸ ਨੇ ਗੰਗਾ ਤੇ ਕੰਦਬਾਸ ਨੂੰ ਜਿੱਤ ਲਿਆ ਸੀ, ਤੇ ਇਸ ਦੀ ਹੱਤਿਆ ਇਸ ਦੇ ਭਤੀਜੇ ਪੁਲਕੇਸ਼ਨ ਦੂਜੇ ਨੇ ਕੀਤੀ ਸੀ। ਪੁਲਕੇਸ਼ਨ ਜਿਹੜਾ ਦੂਜਾ ਹੈ ਉਹ ਕੀਰਤੀ ਵਰਮਨ ਦਾ ਜਿਹੜਾ ਬੇਟਾ ਸੀਗਾ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੇ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, ਸਭ ਤੋਂ ਇੰਪੋਰਟੈਂਟ ਜਿਹੜਾ ਆਪਣੇ ਕੋਲ ਹੈ ਟੌਪਿਕ ਇਸ ਦੇ ਵਿੱਚ ਉਹ ਹੈ ਪੁਲਕੇਸ਼ਨ ਦੂਜਾ। ਠੀਕ ਹੈ ਜੀ, ਇਹਦਾ ਕਾਰਜਕਾਲ 609 ਤੋਂ ਲੈ ਕੇ 642 ਈਸਵੀ ਤੱਕ ਹੈ। ਚਾਲਕੀਆ ਰਾਜਿਆਂ ਵਿੱਚੋਂ ਸਭ ਤੋਂ ਮਹਾਨ ਤੇ ਸ਼ਕਤੀਸ਼ਾਲੀ ਜਿਹੜਾ ਰਾਜਾ ਹੈ ਉਹ ਪੁਲਕੇਸ਼ਨ ਦੂਜੇ ਨੂੰ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਤੇ ਦੱਖਣ ਦੇ ਬਹੁਤੇ ਹਿੱਸਿਆਂ ਤੱਕ ਇਸ ਨੇ ਆਪਣੇ ਰਾਜ ਦਾ ਵਿਸਥਾਰ ਕਰ ਲਿਆ ਸੀ। ਜਨਮ ਦਾ ਬਚਪਨ ਦਾ ਨਾਂ ਜਿਹੜਾ ਇਹਦਾ ਸੀਗਾ ਉਹ ਇਰਾਇਆ ਸੀ, ਤੇ 634 ਦੇ ਵਿੱਚ ਇਹੋਲ ਸ਼ਿਲਾਲੇਖ, ਠੀਕ ਹੈ, ਇਹ ਇਹੋਲ ਸ਼ਿਲਾਲੇਖ ਪੁਲਕੇਸ਼ਨ ਦੂਜੇ ਨੇ ਲਿਖਵਾਇਆ ਸੀ ਆਪਣੇ ਦਰਬਾਰੀ ਕਵੀ ਰਵੀ ਕੀਰਤੀ ਤੋਂ। ਠੀਕ, ਇਹ ਕੰਨੜ ਲਿਪੀ ਦੇ ਵਿੱਚ ਤੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ, ਤੇ ਇਸ ਦੇ ਵਿੱਚ ਇਸ ਦੀਆਂ ਸਾਰੀਆਂ ਜਿੱਤਾਂ ਦਾ ਵਰਣਨ ਜਿਹੜਾ ਹੈ ਇਹੋਲ ਸ਼ਿਲਾਲੇਖ ਦੇ ਵਿੱਚ ਦਰਜ ਹੈ। ਪੁਲਕੇਸ਼ਨ ਦੂਜੇ ਦੇ ਰਾਜ ਦੇ ਵਿੱਚ ਚੀਨ ਦਾ ਇੱਕ ਯਾਤਰੀ ਸੀਗਾ ਜੁਆਨ ਜਾਂਗ, ਠੀਕ ਹੈ, ਉਹ ਇਹਦੇ ਵਿੱਚ ਆਇਆ ਸੀ, ਤੇ ਇਸ ਨੇ ਪੁਲਕੇਸ਼ਨ ਦੇ ਜਿਹੜੇ ਹੈ ਚੰਗੇ ਰਾਜੇ ਦੇ ਵਜੋਂ ਪ੍ਰਸ਼ੰਸਾ ਕੀਤੀ ਸੀ। ਠੀਕ ਹੈ, ਹਿੰਦੂ ਧਰਮ, ਇਹ ਪੁਲਕੇਸ਼ਨ ਦੂਜਾ ਉਹਦਾ ਅਨੁਯਾਈ ਸੀ ਹਿੰਦੂ ਧਰਮ ਦਾ। ਇਹ ਜਿਹੜੇ ਚਾਲਕੀਆ ਵੰਸ਼ ਦੇ ਜਿੰਨੇ ਵੀ ਰਾਜੇ ਹੈ ਉਹ ਸ਼ੈਵ ਤੇ ਵੈਸ਼ਨਵ ਧਰਮ ਨੂੰ ਮੰਨਦੇ ਸੀਗੇ, ਤੇ ਇਸ ਦੇ ਬਾਵਜੂਦ ਵੀ ਇਹ ਬੁੱਧ ਤੇ ਜੈਨ ਧਰਮ ਦੇ ਪ੍ਰਤੀ ਸਹਿਣਸ਼ੀਲਤਾ ਦੀ ਨੀਤੀ ਇਹਨਾਂ ਨੇ ਬਣਾਈ ਸੀ। ਲਗਭਗ ਪੂਰੇ ਦੱਖਣ ਮੱਧ ਦੇ ਵਿੱਚ ਮੱਧ ਭਾਰਤ ਨੂੰ ਇਹਨਾਂ ਨੇ ਜਿੱਤ ਲਿਆ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਪੁਲਕੇਸ਼ਨ ਦੂਜੇ ਬਾਰੇ। ਕੁਝ ਹੋਰ ਇੰਪੋਰਟੈਂਟ ਫੈਕਟ ਪੁਲਕੇਸ਼ਨ ਦੂਜੇ ਦੇ ਬਾਰੇ ਜਿਹੜੇ ਧਿਆਨ 'ਚ ਰੱਖਣੇ ਆਪਾਂ। ਹਾਂਜੀ, ਪੁਲਕੇਸ਼ਨ ਦੂਜੇ ਨੇ ਜਿਹੜਾ ਰਾਜਾ ਹਰਸ਼ਵਰਧਨ ਸੀ ਉਸ ਨੂੰ ਨਰਮਦਾ ਨਦੀ ਦੇ ਕੰਢੇ ਤੇ ਰੋਕ ਲਿਆ ਸੀ, ਤੇ ਉਸ ਨੂੰ ਯੁੱਧ ਦੇ ਵਿੱਚ ਹਰਾਇਆ ਸੀ। ਠੀਕ ਹੈ ਜੀ, ਇਹ ਬਹੁਤ ਵਾਰੀ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ ਵੀ ਪੁਲਕੇਸ਼ਨ ਦੂਜੇ ਤੇ ਹਰਸ਼ਵਰਧਨ ਦੇ ਵਿਚਕਾਰ ਲੜਾਈ ਕਿਸ ਨਦੀ ਦੇ ਕੰਢੇ ਤੇ ਹੋਈ ਸੀ? ਨਰਮਦਾ ਨਦੀ ਤੇ ਜਿੱਤ ਕਿਹਦੀ ਹੋਈ ਸੀ? ਇਹਦੇ ਵਿੱਚ ਜਿੱਤ ਹੋਈ ਸੀ ਪੁਲਕੇਸ਼ਨ ਦੂਜੇ ਦੀ। ਪੁਲਕੇਸ਼ਨ ਦੂਜਾ ਜਿਹੜਾ ਦੱਖਣ ਭਾਰਤ ਦੇ ਵਿੱਚ ਸੋਨੇ ਦੇ ਸਿੱਕੇ ਜਾਰੀ ਕਰਨ ਵਾਲਾ ਪਹਿਲਾ ਰਾਜਾ ਜਾਂ ਪਹਿਲਾ ਸ਼ਾਸਕ ਹੈ, ਇਹ ਵੀ ਬਹੁਤ ਇੰਪੋਰਟੈਂਟ ਫੈਕਟ ਹੈ। ਉਸ ਨੇ ਪੱਲਵ ਰਾਜੇ ਮਹਿੰਦਰ ਵਰਮਨ ਪਹਿਲੇ ਨੂੰ ਹਰਾਇਆ ਸੀਗਾ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਪਰ ਮਹਿੰਦਰ ਵਰਮਨ ਦਾ ਜਿਹੜਾ ਪੁੱਤਰ ਸੀਗਾ ਨਰਸਿਮ ਵਰਮਨ, ਠੀਕ ਹੈ, ਉਹ ਆਪਣੇ ਪਿਤਾ ਮਹਿੰਦਰ ਵਰਮਨ ਦਾ ਇਹ ਬਦਲਾ ਲੈਣ ਦੇ ਵਿੱਚ ਕਾਮਯਾਬ ਹੋ ਗਿਆ ਸੀ। ਇਸ ਨੇ ਪੁਲਕੇਸ਼ਨ ਦੂਜੇ ਨੂੰ ਹਰਾਇਆ ਤੇ ਇਸ ਨੂੰ ਮਾਰ ਦਿੱਤਾ ਸੀ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ ਹੈ। ਤੇ ਅਗਲੇ 13 ਸਾਲ ਤੱਕ ਬਦਾਮੀ ਜਿਹੜੀ ਉਹ ਪਲਵਾਂ ਦੇ ਅਧੀਨ ਰਹੀ। ਠੀਕ ਹੈ, ਪੁਲਕੇਸ਼ਨ ਦੂਜੇ ਨੇ ਫਾਰਸੀ ਸ਼ਾਸਕ ਜਿਹੜਾ ਰਾਜਾ ਸੀ ਖੁਸਰੋ ਦੂਜੇ ਦੇ ਦਰਬਾਰ ਦੇ ਵਿੱਚ ਇੱਕ ਦੂਤ ਭੇਜਿਆ ਸੀ। ਖੁਸਰੋ ਦੇ ਨਾਲ ਬਹੁਤ ਹੀ ਇਹਦੇ ਵਧੀਆ ਸੰਬੰਧ ਸੀ ਪੁਲਕੇਸ਼ਨ ਦੂਜੇ ਦੇ। ਪੁਲਕੇਸ਼ਨ ਦੂਜੇ ਨੇ ਇੱਕ ਫਾਰਸੀ ਮਿਸ਼ਨ ਨੂੰ ਮਿਲਿਆ ਸੀ, ਤੇ ਇਸ ਦਾ ਜ਼ਿਕਰ ਅਜੰਤਾ ਗੁਫਾ ਪੇਂਟਿੰਗ ਦੇ ਵਿੱਚ ਕੀਤਾ ਗਿਆ। ਇਹ ਬਹੁਤ ਇੰਪੋਰਟੈਂਟ ਫੈਕਟ ਹੈ। ਠੀਕ ਹੈ, ਸਵਾਲ ਐਗਜ਼ਾਮ 'ਚ ਪੁੱਛਿਆ ਗਿਆ। ਪੁਲਕੇਸ਼ਨ ਦੂਜਾ ਇੱਕ ਫਾਰਸੀ ਮਿਸ਼ਨ ਨੂੰ ਮਿਲਿਆ ਸੀ, ਇਹਦਾ ਜ਼ਿਕਰ ਹੈ ਜਿਹੜਾ ਉਹ ਕਿੱਥੇ ਕੀਤਾ ਗਿਆ ਜਾਂ ਇਸ ਦਾ ਸਬੂਤ ਕਿੱਥੋਂ ਮਿਲਦਾ ਹੈ? ਅਜੰਤਾ ਦੀਆਂ ਗੁਫਾਵਾਂ ਪੇਂਟਿੰਗ ਤੋਂ ਮਿਲਦਾ ਹੈ। ਹਾਂਜੀ, ਫਾਰਸ ਦੇ ਰਾਜਾ ਖੁਸਰੋ ਦੇ ਨਾਲ ਇਸ ਦੇ ਕੂਟਨੀਤਿਕ ਸੰਬੰਧ ਸਨ, ਤੇ ਪੁਲਕੇਸ਼ਨ ਦੂਜੇ ਦੀ ਮੌਤ ਤੋਂ ਬਾਅਦ ਹੈ ਜਿਹੜਾ ਚਾਲਕੀਆ ਦੀ ਜਿਹੜੀ ਸੱਤਾ ਦੇ ਵਿੱਚ ਗਿਰਾਵਟ ਉਹ ਦੇਖਣ ਨੂੰ ਮਿਲੀ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਪੁਲਕੇਸ਼ਨ ਦੂਜੇ ਦੀ ਮੌਤ ਤੋਂ ਬਾਅਦ ਜਿਹੜਾ ਵਿਕਰਮ ਦੱਤੇ ਹੈ, ਠੀਕ ਹੈ ਜੀ, ਜਿਹੜਾ ਪੁਲਕੇਸ਼ਨ ਦੂਜੇ ਦਾ ਪੁੱਤਰ ਸੀਗਾ ਉਹ ਰਾਜਗੱਦੀ ਤੇ ਬੈਠਾ। ਉਹਦਾ ਜਿਹੜਾ ਸ਼ਾਸਨਕਾਲ ਹੈ 655 ਤੋਂ ਲੈ ਕੇ 680 ਈਸਵੀ ਤੱਕ ਹੈ। ਠੀਕ ਹੈ, ਧਿਆਨ ਰੱਖਣਾ ਹੈ। ਜਿਹੜੀ ਪੁਲਕੇਸ਼ਨ ਦੂਜੇ ਦੀ ਮੌਤ ਹੈ ਜਿਹੜੀ ਉਹ 642 ਈਸਵੀ ਦੇ ਵਿੱਚ ਹੋ ਜਾਂਦੀ ਹੈ। ਠੀਕ ਹੈ ਜੀ, 13 ਸਾਲ ਤੱਕ ਪਲਵਾਂ ਦੇ ਅਧੀਨ ਹੈ ਜਿਹੜਾ ਉਹ ਜਿਹੜੀ ਹੈਗੀ ਇਹਨਾਂ ਦੀ ਰਾਜਧਾਨੀ ਬਦਾਪੀ ਹੋ ਰਹਿੰਦੀ ਹੈ। ਹਾਂਜੀ, ਪੁਲਕੇਸ਼ਨ ਦੂਜੇ ਦਾ ਜਿਹੜਾ ਪੁੱਤਰ ਸੀ ਵਿਕਰਮ ਦੱਤਿਆ ਪਹਿਲਾ, ਉਸਨੇ ਪਲਵਾਂ ਦੀ ਰਾਜਧਾਨੀ ਕਾਂਚੀ ਨੂੰ ਲੁੱਟ ਲਿਆ ਤੇ ਉਹਦੇ ਕਬਜ਼ਾ ਕਰ ਲਿਆ। ਫਿਰ ਇਹਨਾਂ ਵਿੱਚ ਸਮਝੌਤਾ ਹੁੰਦਾ ਹੈ, ਪਲਵਾਂ ਦੀ ਰਾਜਧਾਨੀ ਇਹਨਾਂ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ। ਠੀਕ ਹੈ, ਤੇ ਬਦਲੇ ਦੇ ਵਿੱਚ ਜਿਹੜੀ ਆਪਦੀ ਰਾਜਧਾਨੀ ਹੈ ਜਿਹੜੀ ਇਹ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਹਾਂਜੀ, ਵਿਨੇ ਦੱਤੇ 680 ਈਸਵੀ ਤੋਂ ਲੈ ਕੇ 696 ਈਸਵੀ ਤੱਕ ਆਪਣੇ ਪਿਤਾ ਵਿਕਰਮ ਦੱਤੇ ਪਹਿਲੇ ਦੀ ਮੌਤ ਤੋਂ ਬਾਅਦ 680 ਦੇ ਵਿੱਚ ਜਿਹੜਾ ਵਿਨੇ ਦੱਤਾ ਹੈ ਉਹ ਪਲਵਾ ਰਾਜਾ ਬਣਦਾ ਹੈ, ਰਾਜਗੱਦੀ ਸੰਭਾਲਦਾ, ਤੇ ਪਲਵਾਂ ਦੇ ਨਾਲ ਇਹਦੇ ਵੀ ਸੰਘਰਸ਼ ਜਿਹੜੇ ਜਾਰੀ ਰਹਿੰਦੇ ਆ। ਠੀਕ ਹੈ, ਇਸ ਤੋਂ ਬਿਨਾਂ ਪਾਂਡੇ ਤੇ ਚੋਲਾਂ ਦੇ ਨਾਲ ਵੀ ਇਹਦੀ ਲੜਾਈ ਹੈ ਜਿਹੜੀ ਉਹਦੇ ਜ਼ਿਕਰ ਹੈ ਇਸ ਦੇ ਅਭਿਲੇਖਾਂ ਤੋਂ ਪ੍ਰਾਪਤ ਹੁੰਦੇ ਆ। ਠੀਕ ਹੈ ਜੀ, ਉੱਤਰ ਪਾਠਾ ਵਿੰਧਿਆਚਲ ਪਰਬਤ ਦੇ ਉੱਤਰ ਦੇ ਵਿੱਚ ਇੱਕ ਜਿੱਤ ਦੇ ਦੌਰਾਨ ਇਹ ਲੜਾਈ ਦੇ ਵਿੱਚ ਮਾਰਿਆ ਗਿਆ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਅੱਗੇ ਹੈ ਜੀ ਵਿਜੇ ਦੱਤੇ, ਇਹ ਇੰਪੋਰਟੈਂਟ ਹੈ ਵਿਜੇ ਦੱਤੇ। ਹਾਂਜੀ, ਇਸ ਨੇ ਪਲਵਾਂ ਦੀ ਰਾਜਧਾਨੀ ਕਾਂਚੀ ਤੇ ਦੁਬਾਰਾ ਹਮਲਾ ਕੀਤਾ, ਤੇ ਉਸ ਸਮੇਂ ਪਲਵ ਸ਼ਾਸਕ ਸੀਗਾ ਪਰਮੇਸ਼ਵਰ ਵਰਮਨ, ਇਹਨੂੰ ਹਰਾਇਆ ਤੇ ਇਸ ਤੋਂ ਟੈਕਸ ਵਸੂਲ ਕੀਤਾ। ਅਸਲ ਦੇ ਵਿੱਚ ਵਿਜੇ ਦੱਤੇ ਦੀ ਪਰਮੇਸ਼ਵਰ ਵਰਮਨ ਦੇ ਨਾਲ ਇੱਕ ਸੰਧੀ ਹੋ ਜਾਂਦੀ ਹੈ। ਠੀਕ ਹੈ ਜੀ, ਤੇ ਸੰਧੀ
ਪਰ ਜਿਹੜਾ ਪਰਮੇਸ਼ਰ ਵਰਮਨ ਹੈ ਉਹ ਸੰਧੀ ਨੂੰ ਤੋੜ ਦਿੰਦਾ ਹੈ, ਮੰਨਣ ਤੋਂ ਇਨਕਾਰ ਕਰ ਦਿੰਦਾ ਬਾਅਦ ਵਿੱਚ। ਤੇ ਬਾਅਦ ਵਿੱਚ ਜਿਹੜਾ ਪੱਲਵ ਸ਼ਾਸਕ ਪਰਮੇਸ਼ਰ ਵਰਮਨ ਹੈ, ਠੀਕ ਹੈ, ਉਹਦੇ ਤੇ ਚੜ੍ਹਾਈ ਕਰ ਦਿੰਦਾ ਵਿਜੇ ਦਿੱਤਿਆ, ਤੇ ਉਸ ਨੂੰ ਹਰਾ ਦਿੰਦਾ ਤੇ ਉਸ ਤੋਂ ਭਾਰੀ ਮਾਤਰਾ ਦੇ ਵਿੱਚ ਟੈਕਸ ਵਸੂਲ ਕਰਦਾ ਹੈ। ਆਹ ਇਨਫੈਕਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਹੜਾ ਅਗਲਾ ਪੜ੍ਹ ਰਹੇ ਆਪਾਂ ਉਹ ਹੈ ਜੀ ਪਦਦਕਲ ਟੈਂਪਲ, ਜਿਹਨੂੰ ਆਪਾਂ ਵਿਰੂਪਾਕਸ਼ਾ ਟੈਂਪਲ ਵੀ ਕਿਹਾ ਜਾਂਦਾ ਹੈ, ਜਿਹੜਾ ਕਿ ਇੱਕ ਸ਼ਿਵ ਮੰਦਿਰ ਹੈ, ਠੀਕ ਹੈ ਜੀ। ਇਹਦਾ ਨਿਰਮਾਣ ਵਿਜੇ ਦਿੱਤਿਆ ਨੇ ਕਰਵਾਇਆ ਸੀ। ਇਹ ਬਹੁਤ ਇੰਪੋਰਟੈਂਟ ਫੈਕਟ ਹੈ, ਬਹੁਤ ਸਾਰੇ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਗਿਆ, ਠੀਕ ਹੈ ਜੀ। ਕਈ ਵਾਰ ਪੰਜਾਬੀ ਦਾ ਕੁਝ ਸ਼ਬਦ ਕੁਝ ਹੋਰ ਲਿਖਿਆ ਜਾਂਦਾ, ਤੁਸੀਂ ਅੰਗਰੇਜ਼ੀ 'ਚ ਧਿਆਨ ਰੱਖਣਾ ਹੈ, ਠੀਕ ਹੈ। ਪਤਦਕਲ ਟੈਂਪਲ ਹੈ ਜਿਹੜਾ, ਜਿਹਨੂੰ ਵਿਰੂਪਾਕਸ਼ਾ ਟੈਂਪਲ ਕਿਹਾ ਜਾਂਦਾ, ਠੀਕ ਹੈ ਜੀ। ਸ਼ਿਵ ਮੰਦਿਰ ਹੈ, ਵੀ ਧਿਆਨ 'ਚ ਰੱਖਣਾ ਹੈ। ਹਾਂਜੀ, ਵਿਕਰਮਦੱਤਿਆ ਦੂਜਾ 733 ਤੋਂ ਲੈ ਕੇ 746 ਈਸਵੀ ਤੱਕ ਇਹਦਾ ਕਾਰਜਕਾਲ ਹੈ ਜੀ। ਇਸ ਨੇ ਗੰਗਾ ਰਾਜਵੰਸ਼ ਦੇ ਆਪਣੇ ਜਗੀਰਦਾਰ ਦੀ ਮਦਦ ਦੇ ਨਾਲ ਪੱਲਵ ਰਾਜਵੰਸ਼ ਦੇ ਸ਼ਾਸਕ ਨੰਦੀ ਵਰਮਨ ਨੂੰ ਹਰਾਇਆ ਤੇ ਕਾਂਚੀ ਕੋਡਾ ਦਾ ਜਿਹੜਾ ਖਿਤਾਬ ਹੈ ਜਿਹੜਾ ਉਹ ਧਾਰਨ ਕੀਤਾ। ਕਾਂਚੀ ਹੈ ਜਿਹੜੀ ਉਹ ਪੱਲਵਾਂ ਦੀ ਰਾਜਧਾਨੀ ਸੀ, ਜਦੋਂ ਕਾਂਚੀ ਨੂੰ ਜਿੱਤ ਲਿਆ ਤਾਂ ਫਿਰ ਉਹਨੇ ਕਾਂਚੀ ਕੋਡਾ ਦਾ ਜਿਹੜਾ ਖਿਤਾਬ ਹੈ ਜਿਹੜਾ ਵਿਕਰਮਦੱਤੇ ਦੂਜੇ ਨੇ ਪ੍ਰਾਪਤ ਕੀਤਾ, ਠੀਕ ਹੈ ਜੀ। ਧਿਆਨ 'ਚ ਰੱਖ ਲੈਣਾ। ਉਸ ਸਮੇਂ ਰਾਸ਼ਟਰਕੂਟ ਨੇ ਲਾਟ ਉੱਤੇ ਕਬਜ਼ਾ ਕਰ ਲਿਆ ਤੇ ਉੱਥੋਂ ਲਾਟਾਂ ਨੇ ਚਾਲਕੀਆ ਰਾਜਵੰਸ਼ ਦਾ ਅੰਤ ਕਰ ਦਿੱਤਾ। ਇਹ ਗੱਲ ਧਿਆਨ ਰੱਖਣੀ ਹੈ ਇੱਥੇ। ਜਿਹੜਾ ਵਤਾਪੀ ਜਾਂ ਬਦਾਮੀ ਦੇ ਜਿਹੜੇ ਚਾਲਕੀਆ ਹੈ ਉਹਨਾਂ ਦਾ ਜਿਹੜਾ ਖਾਤਮਾ ਜਿਹੜਾ ਉਹ ਰਾਸ਼ਟਰਕੂਟ ਵੰਸ਼ ਦੇ ਰਾਜਾ ਨੇ ਕੀਤਾ ਸੀ, ਠੀਕ ਹੈ ਜੀ। ਅੱਗੇ ਹੈ ਜੀ ਆਪਣੇ ਕੋਲ ਕੀਰਤੀ ਵਰਮਨ ਹੈ ਜਿਹੜਾ ਇਸ ਚਾਲਕੀਆ ਵਤਾਪੀ ਦੇ ਚਾਲਕੀਆ ਦਾ ਆਖਰੀ ਉੱਤਰਾਧਿਕਾਰੀ ਸੀ। ਇਹਦਾ ਸ਼ਾਸਨ ਕਾਲ ਹੈ ਜਿਹੜਾ ਉਹ 746 ਤੋਂ ਲੈ ਕੇ 753 ਈਸਵੀ ਤੱਕ ਹੈ, ਠੀਕ ਹੈ ਜੀ। ਰਾਸ਼ਟਰਕੂਟ ਜਿਹੜੇ ਰਾਜੇ ਹੈ ਦੰਤੀ ਦੁਰਗ, ਠੀਕ ਹੈ, ਜਿਹੜਾ ਕਿ ਰਾਸ਼ਟਰਕੂਟ ਦਾ ਸੰਸਥਾਪਕ ਹੈ ਰਾਜਵੰਸ਼ ਦਾ, ਉਸਨੇ ਕੀਰਤੀ ਵਰਮਨ ਦੂਜੇ ਨੂੰ ਹਰਾਇਆ, ਠੀਕ ਹੈ ਜੀ। ਤੇ ਇਹ ਜਿਹੜੇ ਆਪਾਂ ਨੂੰ ਸਬੂਤ ਮਿਲਦੇ ਆ ਸਮਾਨਗੜ੍ਹ ਸ਼ਿਲਾਲੇਖ ਤੋਂ ਮਿਲਦੇ ਆ, ਜਿਹਦੇ ਵਿੱਚ ਕਿਹਾ ਗਿਆ ਹੈ ਕਿ ਚਾਲਕੀਆ ਜਿਹੜੇ ਸੀਗੇ ਰਾਜਾ ਕੀਰਤੀ ਵਰਮਨ ਦੂਜਾ, ਉਸ ਨੂੰ ਦੰਤੀ ਦੁਰਗ ਦੁਆਰਾ ਹਰਾਇਆ ਗਿਆ। ਇਹ ਸਾਨੂੰ ਆਪਾਂ ਨੂੰ ਜਿਹੜਾ ਸਬੂਤ ਮਿਲਦਾ ਹੈ ਉਹ ਸਮਾਨਗੜ੍ਹ ਸ਼ਿਲਾਲੇਖ ਤੋਂ ਮਿਲਦਾ ਹੈ। ਸਾਰੇ ਫੈਕਟ ਇੰਪੋਰਟੈਂਟ ਹੈ, ਇਹ ਤੁਸੀਂ ਧਿਆਨ 'ਚ ਰੱਖਣੇ ਜੀ। ਹਾਂਜੀ, ਹੂ ਅਮੰਗ ਦੀ ਫੋਲੋਇੰਗ ਡਿਫੀਟਡ ਹਰਸ਼ਵਰਧਨਾ ਵੈਨ ਹੀ ਇਨਵੇਡਡ ਦੀ ਚਾਲਕੀਆ ਕਿੰਗਡਮ ਇਨ ਦੀ ਡੈਕਨ। ਜਦੋਂ ਦੱਖਣ ਦੇ ਵਿੱਚ ਹਰਸ਼ਵਰਧਨ ਨੇ ਚਾਲਕੀਆ ਰਾਜਧਾਨੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਸ ਨੇ ਹਰਾਇਆ ਸੀ? ਇਸ ਨੂੰ ਪੁਲਕੇਸ਼ਨ ਦੂਜੇ ਨੇ ਹਰਾਇਆ ਸੀ, ਠੀਕ ਹੈ। ਨਰਮਦਾ ਨਦੀ ਦੇ ਤੱਟ ਤੇ ਮੰਗਲੇਸ਼ਾ ਦੀ ਹੱਤਿਆ ਕਿਸ ਨੇ ਕੀਤੀ ਸੀ? ਮੰਗਲੇਸ਼ ਹੈ ਜਿਹੜਾ ਉਹ ਕੀਰਤੀ ਵਰਮਨ ਪਹਿਲੇ ਦਾ ਭਰਾ ਸੀਗਾ, ਠੀਕ ਹੈ। ਪੁਲਕੇਸ਼ਨ ਪਹਿਲੇ ਦਾ ਛੋਟਾ ਬੇਟਾ ਸੀਗਾ, ਠੀਕ ਹੈ ਜੀ। ਇਹਦਾ ਜਿਹੜਾ ਸ਼ਾਸਨ ਹੈ, ਜਿਹੜਾ ਟਾਈਮ ਪੀਰੀਅਡ ਹੈ ਉਹ 609 ਜਾਂ 610 ਈਸਵੀ ਤੱਕ ਰਿਹਾ। ਇਸ ਦੀ ਹੱਤਿਆ ਇਹਦੇ ਭਤੀਜੇ ਨੇ ਪੁਲਕੇਸ਼ਨ ਦੂਜੇ ਨੇ ਕੀਤੀ ਸੀ, ਠੀਕ ਹੈ ਜੀ। ਪੁਲਕੇਸ਼ਨ ਦੂਜਾ ਜਿਹੜਾ ਉਹ ਕੀਰਤੀ ਵਰਮਨ ਪਹਿਲੇ ਦਾ ਪੁੱਤਰ ਸੀਗਾ, ਇਹ ਧਿਆਨ 'ਚ ਰੱਖ ਲੈਣਾ ਜੀ। ਬਦਾਮੀ ਚਾਲਕੀਆ ਦਾ ਅੰਤਮ ਰਾਜਾ ਕੀਰਤੀ ਵਰਮਨ ਦੀ ਜਿਹੜੀ ਹੱਤਿਆ ਹੈ, ਠੀਕ ਹੈ, ਅੰਤਮ ਰਾਜੇ ਦੀ ਗੱਲ ਹੋ ਰਹੀ ਹੈ। ਕੀਰਤੀ ਵਰਮਨ ਦਵਿਤੀय ਕਵਾਂਗੇ ਇਹਨੂੰ ਆਪਾਂ। ਇਹਦੀ ਹੱਤਿਆ ਕਿਸ ਵੰਸ਼ ਦੇ ਸ਼ਾਸਕਾਂ ਦੁਆਰਾ ਕੀਤੀ ਗਈ ਸੀ? ਰਾਸ਼ਟਰਕੂਟ ਦੇ ਦੰਤੀ ਦੁਰਗ ਦੁਆਰਾ ਇਹਦੀ ਹੱਤਿਆ ਕੀਤੀ ਗਈ ਸੀ। ਪੱਲਵ ਰਾਜੇ ਮਹਿੰਦਰ ਵਰਮਨ ਨੂੰ ਕਿਸ ਚਾਲਕੀਆ ਸ਼ਾਸਕ ਨੇ ਹਰਾਇਆ ਸੀ? ਮਹਿੰਦਰ ਵਰਮਨ ਜਿਹੜਾ ਹੈਗਾ ਸੀਗਾ ਇਹਨੂੰ ਪੁਲਕੇਸ਼ਨ ਦੂਜੇ ਨੇ ਹਰਾਇਆ ਸੀਗਾ, ਪਰ ਬਾਅਦ ਵਿੱਚ ਪੁਲਕੇਸ਼ਨ ਦੂਜੇ ਨੂੰ ਹਰਾ ਦਿੱਤਾ ਗਿਆ ਸੀਗਾ ਮਹਿੰਦਰ ਵਰਮਨ ਦੇ ਬੇਟੇ ਨਰਸਿਮ ਵਰਮਨ ਦੁਆਰਾ, ਨਰਸਿਮ ਵਰਮਨ ਪਹਿਲੇ ਦੁਆਰਾ, ਠੀਕ ਹੈ ਜੀ। ਧਿਆਨ 'ਚ ਰੱਖ ਲੈਣਾ ਜੀ। ਹੂ ਵਾਸ ਦੀ ਲਾਸਟ ਰੂਲਰ ਆਫ ਚਾਲਕੀਆ ਡਾਇਨੈਸਟੀ ਆਫ ਬਦਾਮੀ ਦਾ ਜਿਹੜਾ ਚਾਲਕੀਆ ਡਾਇਨੈਸਟੀ ਹੈ ਉਹਦਾ ਆਖਰੀ ਰਾਜਾ ਕੌਣ ਸੀ? ਠੀਕ ਹੈ ਜੀ। ਇਹਦਾ ਜਿਹੜਾ ਆਖਰੀ ਰਾਜਾ ਸੀ ਉਹ ਸੀ ਕੀਰਤੀ ਵਰਮਨ ਦਵਿਤੀय, ਠੀਕ ਹੈ। ਕੀਰਤੀ ਵਰਮਨ ਦੂਸਰਾ ਸੀ ਇਹਦਾ, ਧਿਆਨ 'ਚ ਰੱਖ ਲੈਣਾ। ਵਿਚ ਆਫ ਦੀ ਫੋਲੋਇੰਗ ਚਾਲਕੀਆ ਰੂਲਰ ਰੇਨ ਦੀ ਫੇਮਸ ਵਿਰੂਪਾਕਸ਼ ਟੈਂਪਲ, ਠੀਕ ਹੈ। ਦੱਸਣਾ ਹੈ ਵੀ ਇਸ ਟੈਂਪਲ ਨੂੰ ਕਿਹਨੇ ਬਣਵਾਇਆ ਸੀ? ਵਿਰੂਪਾਕਸ਼ ਟੈਂਪਲ, ਜਿਹਨੂੰ ਲੋਕਸ਼ਵਾਰਾ ਟੈਂਪਲ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਮਲਕ ਅਰਜੁਨ ਟੈਂਪਲ ਵੀ ਇਸ ਨੇ ਬਣਵਾਇਆ ਸੀਗਾ। ਇਹ ਦੱਸਣਾ ਵੀ ਕੌਣ ਸੀਗਾ ਚਾਲਕੀਆ ਰਾਜਾ ਕਿਹੜਾ ਸੀ? ਹਾਂਜੀ, ਇਹ ਸੀਗਾ ਵਿਜੇ ਦਿੱਤਿਆ ਸੀਗਾ। ਇਹਨੇ ਜਿਹੜਾ ਹੈ ਵਿਰੂਪਾਕਸ਼ ਟੈਂਪਲ ਬਣਵਾਇਆ ਸੀਗਾ। ਆਪਣੇ ਪਿਤਾ ਦੀ ਹੱਤਿਆ ਦਾ ਬਦਲਾ ਕਿਸ ਪੱਲਵ ਸ਼ਾਸਕ ਨੇ ਪੁਲਕੇਸ਼ਨ ਦੂਜੇ ਤੋਂ ਲਿਆ ਸੀ? ਠੀਕ ਹੈ ਜੀ। ਇਹ ਨਰਸਿਮਾ ਵਰਮਨ ਪਹਿਲਾ ਸੀਗਾ, ਠੀਕ ਹੈ ਜੀ। ਤੇ ਆਪਣੇ ਪਿਤਾ ਮਹਿੰਦਰ ਵਰਮਨ ਦੀ ਹੱਤਿਆ ਦਾ ਜਿਹੜਾ ਬਦਲਾ ਜਿਹੜਾ ਉਹ ਪੁਲਕੇਸ਼ਨ ਦੂਜੇ ਤੋਂ ਲਿਆ ਸੀ। Who among the following Chalkiya king sent an ambassador to the Persian king Khusro II? ਦੱਸਣਾ ਹੈ ਵੀ ਪਰਸ਼ੀਅਨ ਦੇ ਰਾਜਾ ਸੀ ਜਿਹੜਾ ਖੁਸਰੋ II ਨੂੰ ਆਪਣਾ ਇੱਕ ਅੰਬੈਸਡਰ ਰਾਜਦੂਤ ਕਿਸ ਚਾਲਕੀਆ ਰਾਜੇ ਨੇ ਭੇਜਿਆ ਸੀ? ਪੁਲਕੇਸ਼ਨ ਦੂਜੇ ਨੇ ਭੇਜਿਆ ਸੀ। ਪੁਲਕੇਸ਼ਨ ਦੂਜੇ ਦੇ ਖੁਸਰੋ ਦੇ ਨਾਲ ਬਹੁਤ ਹੀ ਵਧੀਆ ਕੂਟਨੀਤਿਕ ਸੰਬੰਧ ਸੀ। Who was the first ruler in the South India to issue gold coins? ਦੱਸਣਾ ਹੈ ਵੀ ਸਾਊਥ ਇੰਡੀਆ ਦੇ ਵਿੱਚ ਗੋਲਡ ਦੇ ਸਿੱਕੇ ਜਾਰੀ ਕਰਨ ਵਾਲਾ ਪਹਿਲਾ ਸ਼ਾਸਕ ਕੌਣ ਸੀਗਾ? ਹਾਂਜੀ, ਪੁਲਕੇਸ਼ਨ ਦੂਜਾ ਸੀ। ਚਾਲਕੀਆ ਵੰਸ਼ ਵਤਾਪੀ ਬਦਾਮੀ ਨਾਲ ਸੰਬੰਧਿਤ ਸੀ। Who was the author of a whole inscription? ਇਹ ਹੋਲ ਜਿਹੜਾ ਸ਼ਿਲਾਲੇਖ ਹੈ ਉਸ ਦਾ ਲੇਖਕ ਕੌਣ ਸੀ? ਰਵੀ ਕੀਰਤੀ ਸੀਗਾ। ਪੁਲਕੇਸ਼ਨ ਦੂਜੇ ਦਾ ਇਹ ਦਰਬਾਰੀ ਕਵੀ ਸੀ। The Chalkiya king Pulkeshin II defeated the Harshvardhana on the bank of which river? ਦੱਸਣਾ ਹੈ ਵੀ ਪੁਲਕੇਸ਼ਨ ਦੂਜੇ ਨੇ ਹਰਸ਼ਵਰਧਨ ਨੂੰ ਕਿਸ ਨਦੀ ਦੇ ਕੰਢੇ ਤੇ ਹਰਾਇਆ ਸੀ? ਇਹਦਾ ਰਾਈਟ ਆਨਸਰ ਹੈ ਜੀ ਨਰਮਦਾ ਨਦੀ ਦੇ ਕੰਢੇ ਤੇ ਹਰਾਇਆ ਸੀ। ਹਾਂਜੀ, ਉਸ ਤੋਂ ਬਾਅਦ ਹੈ ਆਪਣੇ ਕੋਲ ਇਸੇ ਦਾ ਹੀ ਅਗਲਾ ਪਾਰਟ ਕਲਿਆਣੀ ਦੇ ਚਾਲਕੀਆ। ਇਹਨਾਂ ਦਾ ਜਿਹੜਾ ਸ਼ਾਸਨ ਟਾਈਮ ਪੀਰੀਅਡ ਸ਼ੁਰੂ ਹੁੰਦਾ ਹੈ ਉਹ 750 ਤੋਂ ਲੈ ਕੇ 1150 ਈਸਵੀ ਤੱਕ ਹੁੰਦਾ ਹੈ, ਠੀਕ ਹੈ ਜੀ। ਹਾਂਜੀ, ਕਲਿਆਣੀ ਦੇ ਜਿਹੜੇ ਚਾਲਕੀਆ 750 ਤੋਂ ਲੈ ਕੇ 1150 ਈਸਵੀ ਤੱਕ। ਇਹਦਾ ਜਿਹੜਾ ਰਾਜਵੰਸ਼ ਦਾ ਜਿਹੜਾ ਮੋਢੀ ਆ ਉਹ ਤੈਲਕ ਦੂਜੇ ਨੂੰ ਕਿਹਾ ਜਾਂਦਾ ਹੈ ਤੇ ਇਸ ਦੀ ਰਾਜਧਾਨੀ ਮਣੀਆਖੇਕ ਸੀ, ਠੀਕ ਹੈ ਜੀ। ਵਿਕਰਮਦੱਤਿਆ ਪੰਜਵਾਂ, ਇਹਦਾ ਜਿਹੜਾ ਸ਼ਾਸਨਕਾਲ ਹੈ 1008 ਤੋਂ ਲੈ ਕੇ 1015 ਈਸਵੀ ਤੱਕ ਹੈ। ਇਹ ਚਾਲਕੀਆ ਦਾ ਇੱਕ ਪ੍ਰਮੁੱਖ ਸ਼ਾਸਕ ਸੀਗਾ, ਠੀਕ ਹੈ ਜੀ। ਧਿਆਨ ਰੱਖਣਾ ਵਿਕਰਮਦੱਤਿਆ ਪੰਜਵਾਂ। ਸੋਮੇਸ਼ਵਰ ਪਹਿਲਾ, ਇਹਦਾ ਜਿਹੜਾ ਕਾਰਜਕਾਲ ਹੈ 1043 ਤੋਂ ਲੈ ਕੇ 1068 ਈਸਵੀ ਤੱਕ ਹੈ। ਇਹਦੀ ਜਿਹੜੀ ਰਾਜਧਾਨੀ ਇਸਨੇ ਮਣੀਆਖੇਕ ਤੋਂ ਬਦਲ ਕੇ ਕਲਿਆਣੀ ਵਿੱਚ ਤਬਦੀਲ ਕੀਤੀ ਸੀ ਤੇ ਬਹੁਤ ਸਾਰੀਆਂ ਸੁੰਦਰ ਇਮਾਰਤਾਂ ਇਸਨੇ ਬਣਵਾਈਆਂ ਸੀ, ਠੀਕ ਹੈ ਜੀ। ਸੋਮੇਸ਼ਵਰ ਚੋਲ ਰਾਜਿਆਂ ਤੋਂ, ਧਿਆਨ ਰੱਖਣਾ, ਚੋਲ ਰਾਜਿਆਂ ਤੋਂ ਲਗਾਤਾਰ ਹਾਰਦਾ ਆ ਰਿਹਾ ਸੀ ਤੇ ਇਸ ਅਪਮਾਨ ਦੇ ਕਾਰਨ ਉਸਨੇ ਤੁੰਗਭਦਰਾ ਨਦੀ ਦੇ ਵਿੱਚ ਡੁੱਬ ਕੇ ਆਤਮ ਹੱਤਿਆ ਕਰ ਲਈ ਸੀ, ਠੀਕ ਹੈ ਜੀ। ਇਹ ਇੰਪੋਰਟੈਂਟ ਫੈਕਟਰ ਸਾਰੇ ਧਿਆਨ 'ਚ ਰੱਖਣੇ ਆ। ਵਿਕਰਮਦੱਤਿਆ ਛੇਵਾਂ, ਵੈਰੀ ਵੈਰੀ ਇੰਪੋਰਟੈਂਟ।
ठीक है जी, ध्यान रखना है ਜਿਹੜੇ ਕਲਿਆਣੀ ਦੇ ਜਿਹੜੇ ਚਾਲਕੀ ਆ ਉਹਨਾਂ ਦੇ ਵਿੱਚ ਵਿਕਰਮਦੱਤ ਛੇਵਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਇਹ ਚਾਲਕੀ ਦੇ ਸਭ ਤੋਂ ਮਹਾਨ ਸ਼ਾਸਕਾਂ ਦੇ ਵਿੱਚ ਸੀਗਾ। 1176 ਦੇ ਵਿੱਚ ਇੱਥੇ 1076 ਹੋਣਾ ਸੀਗਾ। 1076 ਦੇ ਵਿੱਚ ਉਸਨੇ ਆਪਣੀ ਤਾਜਪੋਸ਼ੀ ਦੇ ਸਮੇਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਤੇ ਇਸ ਨੂੰ ਚਾਲਕੀਆ ਵਿਕਰਮ ਸੰਮਤ ਵੀ ਕਿਹਾ ਜਾਂਦਾ ਹੈ ਤੇ ਇਸ ਨੇ ਲਗਭਗ 50 ਸਾਲ ਤੱਕ ਰਾਜ ਕੀਤਾ। ਠੀਕ ਹੈ ਜੀ, ਵਿਕਰਮਦੱਤ ਛੇਵਾਂ ਨੇ ਚਾਲਕੀਆ ਵਿਕਰਮ ਸੰਮਤ ਜਿਹੜੀ ਉਹ ਚਲਾਇਆ ਸੀਗਾ ਜਦੋਂ ਇਹ ਆਪਣੀ ਰਾਜਗੱਦੀ ਤੇ ਬੈਠਾ ਸੀਗਾ ਤਾਜਪੋਸ਼ੀ ਦੇ ਸਮੇਂ 1076 ਦੇ ਵਿੱਚ। ਹਾਂਜੀ, ਵਿਕਰਮਾਂਕ ਦੇਵ ਚਰਿਤ ਦੇ ਲੇਖਕ ਜਿਹੜਾ ਬਿਲਨ ਸੀਗਾ ਤੇ ਮਿਤਕਸ਼ਰਾ ਦਾ ਲੇਖਕ ਵਿਗਿਆਨੇਸ਼ਵਰ ਇਹਦੇ ਦਰਬਾਰੀ ਲੇਖਕ ਸਨ। ਠੀਕ ਹੈ, ਧਿਆਨ ਰੱਖ ਲੈਣਾ ਹੈ, ਬਿਲਨ ਤੇ ਵਿਗਿਆਨੇਸ਼ਵਰ ਇਹ ਦੋਨੋਂ ਵਿਕਰਮਦੱਤ ਛੇਵੇਂ ਦੇ ਦਰਬਾਰੀ ਕਵੀ ਸੀ ਤੇ ਜਿਹੜਾ ਬਿਲਨ ਹੈ ਉਹਦੀ ਰਚਨਾ ਸੀ ਵਿਕਰਮਾਂਕ ਦੇਵ ਚਰਿਤ। ਠੀਕ ਹੈ ਜੀ, ਜਿਹੜਾ ਬਿਲਨ ਸੀ ਉਹਦਾ ਸ਼ਾਹੀ ਕਵੀ ਸੀਗਾ ਤੇ ਜਿਹੜਾ ਵਿਗਿਆਨੇਸ਼ਵਰ ਸੀ ਉਹਦਾ ਮੰਤਰੀ ਸੀਗਾ ਤੇ ਵਿਕਰਮਦੱਤ ਛੇਵੇਂ ਨੇ ਵਿਕਰਮਪੁਰ ਨਾਮ ਕੇ ਇੱਕ ਸ਼ਹਿਰ ਵਸਾਇਆ ਸੀਗਾ। ਭਗਵਾਨ ਵਿਸ਼ਨੂੰ ਦਾ ਇੱਕ ਮੰਦਿਰ ਤੇ ਇੱਕ ਝੀਲ ਨੂੰ ਇੱਥੇ ਬਣਵਾਇਆ ਸੀਗਾ। ਠੀਕ ਹੈ ਜੀ, ਧਿਆਨ ਰੱਖਣਾ ਹੈ, ਇੰਪੋਰਟੈਂਟ ਹੈ ਸਾਰੇ ਫੈਕਟ। ਹਾਂਜੀ, ਸੋਮੇਸ਼ਵਰ ਤੀਸਰਾ, ਇਸ ਤੋਂ ਪਹਿਲਾਂ ਆਪਾਂ ਸਮੇਸ਼ਵਰ ਪਹਿਲਾਂ ਵੀ ਪੜ੍ਹ ਕੇ ਗਏ ਹਾਂ ਜਿਹੜੀ ਤੁੰਗਭਦਰਾ ਦੇ ਵਿੱਚ ਆਪਣੀ ਆਤਮ ਹੱਤਿਆ ਕਰ ਲਈ ਸੀਗੀ, ਚੋਲ ਵੰਸ਼ ਦੇ ਸ਼ਾਸਕਾਂ ਤੋਂ ਲਗਾਤਾਰ ਹਾਰਦਾ ਆ ਰਿਹਾ ਸੀ। ਹਾਂਜੀ, ਜਿਹੜਾ ਸੋਮੇਸ਼ਵਰ ਤੀਸਰਾ ਹੈ ਇਹਨੇ ਇੱਕ ਪ੍ਰਸਿੱਧ ਕਿਤਾਬ ਲਿਖੀ ਸੀਗੀ ਸ਼ਿਲਪ ਸ਼ਾਸਤਰ ਤੇ। ਠੀਕ ਹੈ, ਮਾਨ ਸੇਲਸ, ਇਹ ਬਹੁਤ ਇੰਪੋਰਟੈਂਟ ਹੈ ਬੁੱਕ, ਬਹੁਤ ਸਾਰੇ ਐਗਜ਼ਾਮ ਦੇ ਵਿੱਚ ਪੁੱਛੀ ਗਈ ਹੈ। ਸੋਮੇਸ਼ਵਰ ਤੀਜੇ ਦੀ ਹੈ ਤੇ ਸੋਮੇਸ਼ਵਰ ਜਿਹੜਾ ਚੌਥਾ ਹੈ ਉਹ ਕਲਿਆਣੀ ਚਾਲਕੀਆ ਦਾ ਆਖਰੀ ਸ਼ਾਸਕ ਸੀਗਾ। ਇਹ ਧਿਆਨ ਰੱਖਣਾ, ਸੋਮੇਸ਼ਵਰ ਚੌਥਾ ਉਹ ਆਖਰੀ ਸ਼ਾਸਕ ਸੀਗਾ। ਜਿਹੜਾ ਸੋਮੇਸ਼ਵਰ ਤੀਸਰਾ ਹੈ ਉਹਦੀ ਕਿਤਾਬ ਮਾਨ ਸੇਲਸ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ। ਤੇ ਜਿਹੜਾ ਸੋਮੇਸ਼ਵਰ ਪਹਿਲਾ ਸੀਗਾ, ਠੀਕ ਹੈ ਜੀ, ਉਹ ਤੁੰਗਭਦਰਾ ਨਦੀ ਦੇ ਵਿੱਚ ਉਸਨੇ ਆਤਮ ਹੱਤਿਆ ਕਰ ਲਈ ਸੀ। ਠੀਕ ਹੈ, ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ ਜੀ। ਕਲਿਆਣੀ ਚਾਲਕੀਆ ਦਾ ਮੋਢੀ ਜਿਹੜਾ ਉਹ ਕਿਸ ਨੂੰ ਮੰਨਿਆ ਜਾਂਦਾ, ਤੈਲਪ ਦੂਜੇ ਨੂੰ ਮੰਨਿਆ ਜਾਂਦਾ। ਠੀਕ ਹੈ ਜੀ, ਧਿਆਨ 'ਚ ਰੱਖਣਾ। ਹਾਂਜੀ, ਚਾਲਕੀਆ ਵਿਕਰਮ ਸੰਮਤ ਦੀ ਸ਼ੁਰੂਆਤ ਕਿਸਨੇ ਕੀਤੀ ਸੀ? ਇਹ ਵਿਕਰਮਦੱਤ ਛੇਵੇਂ ਨੇ ਕੀਤੀ ਸੀ ਇਹਦੀ ਸ਼ੁਰੂਆਤ ਜਦੋਂ ਉਹਨੇ ਤਾਜਪੋਸ਼ੀ ਸੰਭਾਲੀ ਸੀ। ਠੀਕ ਹੈ ਜੀ, ਹਾਂਜੀ, ਤਾਜਪੋਸ਼ੀ ਦਾ ਜਿਹੜਾ ਇਹਨੇ 50 ਸਾਲ ਤੱਕ ਇਹਨੇ ਰਾਜ ਕੀਤਾ ਹੈ। 1126 ਤੱਕ ਇਹਦਾ ਰਾਜ ਸੀਗਾ ਤੇ 1076 ਦੇ ਵਿੱਚ ਇਹਦਾ ਜਿਹੜਾ ਸ਼ਾਸਨ ਹੈ ਉਹ ਸ਼ੁਰੂ ਹੁੰਦਾ। ਹੂ ਆਥਰਡ ਦੀ ਸੰਸਕ੍ਰਿਤ ਇਨਸਾਈਕਲੋਪੀਡੀਆ ਟੈਕਸਟ। ਠੀਕ ਹੈ, ਦੱਸਣਾ ਹੈ ਕਿਸਨੇ ਸੰਸਕ੍ਰਿਤ ਦਾ ਇਨਸਾਈਕਲੋਪੀਡੀਆ ਲਿਖਿਆ ਜਿਹਦਾ ਨਾਮ ਹੈ ਮੌਨਸੇਲਸਾ। ਠੀਕ ਹੈ, ਜਿਹਦੇ ਵਿੱਚ ਪੋਲਿਟੀ, ਗਵਰਨੈਂਸ, ਐਸਟਰੋਨੋਮੀ, ਐਸਟਰੋਲੋਜੀ, ਰੈਥਰਿਕ, ਮੈਡੀਸਨ, ਫੂਡ, ਆਰਕੀਟੈਕਚਰ, ਪੇਂਟਿੰਗ, ਪੋਇਟਰੀ ਤੇ ਮਿਊਜ਼ਿਕ, ਇਹ ਸਾਰੀਆਂ ਚੀਜ਼ਾਂ ਦਾ ਉਹਦੇ ਵਿੱਚ ਸ਼ੋਅ ਦਿੱਤੀ ਗਈ ਹੈ। ਠੀਕ ਹੈ ਜੀ, ਇਹ ਸੀਗਾ ਆਪਣੇ ਕੋਲ ਸੋਮੇਸ਼ਵਰ ਤੀਸਰਾ। ਠੀਕ ਹੈ, ਧਿਆਨ ਰੱਖਣਾ, ਸੋਮੇਸ਼ਵਰ ਤੀਸਰਾ ਸੀਗਾ ਜਿਹਨੇ ਕਿ ਇਹਦੀ ਰਚਨਾ ਕੀਤੀ ਸੀਗੀ ਮੌਨਸੋਲੇਸਾ ਦੀ। ਠੀਕ ਹੈ ਜੀ, ਵਿਕਰਮ ਛੇਵਾਂ ਹੂਸ ਕੋਟ ਭਿਲਨ ਸੀ ਇਹਦਾ ਦਰਬਾਰੀ ਕਵੀ ਜਿਹਨੇ ਉਹਦੀ ਬਾਇਓਗ੍ਰਾਫੀ ਲਿਖੀ ਸੀਗੀ ਤੇ ਉਹ ਦੱਸਣਾ ਹੈ ਵੀ ਉਹ ਕਿਸ ਡਾਇਨੈਸਟੀ ਦਾ ਸ਼ਾਸਕ ਸੀਗਾ। ਇਹ ਵਿਕਰਮ ਛੇਵਾਂ ਜਿਹੜਾ ਉਹ ਚਾਲਕੀਆ ਡਾਇਨੈਸਟੀ, ਜਿਹੜੀ ਕਲਿਆਣੀ ਦੀ ਚਾਲਕੀਆ ਡਾਇਨੈਸਟੀ ਸੀ ਉਹਦਾ ਜਿਹੜਾ ਸ਼ਾਸਕ ਸੀਗਾ। ਮਣੀਆਖੇਤ ਤੋਂ ਕਿਸ ਚਾਲਕੀਆ ਸ਼ਾਸਕ ਨੇ ਆਪਣੀ ਰਾਜਧਾਨੀ ਕਲਿਆਣੀ ਵਿੱਚ ਤਬਦੀਲ ਕੀਤੀ ਸੀਗੀ? ਠੀਕ ਹੈ ਜੀ, ਇਹ ਦੱਸਣਾ ਆਪਾਂ। ਹਾਂਜੀ, ਇਹ ਜਿਹੜੀ ਰਾਜਧਾਨੀ ਸੋਮੇਸ਼ਵਰ ਪਹਿਲੇ ਨੇ ਤਬਦੀਲ ਕੀਤੀ ਸੀਗੀ। ਠੀਕ ਹੈ, ਸੋਮੇਸ਼ਵਰ ਪਹਿਲਾ ਉਹੀ ਹੈ ਜਿਸਨੇ ਕਿ ਤੁੰਗਭਦਰਾ ਨਦੀ ਦੇ ਵਿੱਚ ਆਤਮ ਹੱਤਿਆ ਕਰ ਲਈ ਸੀ। ਕਲਿਆਣੀ ਚਾਲਕੀਆ ਦਾ ਆਖਰੀ ਜਿਹੜਾ ਸ਼ਾਸਕ ਕੌਣ ਸੀਗਾ? ਕਲਿਆਣੀ ਚਾਲਕੀਆ ਦਾ ਆਖਰੀ ਸ਼ਾਸਕ ਸੋਮੇਸ਼ਵਰ ਚੌਥਾ ਸੀਗਾ। ਹਾਂਜੀ, ਅਗਲਾ ਜਿਹੜਾ ਆਪਣੇ ਕੋਲ ਹੈ ਇਹਦਾ ਉਹ ਹੈ ਵੇਂਗੀ ਦੇ ਚਾਲਕੀਆ। ਠੀਕ ਹੈ ਜੀ, ਕਹਿੰਦੇ ਵੇਂਗੀ ਜਿਹੜੀ ਉਹ ਅੱਜ ਪ੍ਰਾਚੀਨ ਰਾਜ ਜਿਹੜਾ ਅੱਜ ਗੋਦਾਵਰੀ, ਠੀਕ ਹੈ, ਆਧੁਨਿਕ ਗੋਦਾਵਰੀ ਦੇ ਵਿੱਚ ਜਿਹੜੀ ਨਦੀ ਹੈ ਉਹਦੇ ਤੱਟ ਤੇ ਵਸਿਆ ਹੋਇਆ, ਗੋਦਾਵਰੀ ਤੇ ਕ੍ਰਿਸ਼ਨਾ ਨਦੀ ਦੇ ਵਿਚਕਾਰ ਸਥਿਤ ਹੈ ਤੇ ਆਧੁਨਿਕ ਆਂਧਰਾ ਪ੍ਰਦੇਸ਼ ਦੇ ਵਿੱਚ ਸਥਿਤ ਹੈ। ਧਿਆਨ ਰੱਖਣਾ ਹੈ ਵੇਂਗੀ। ਹਾਂਜੀ, ਵਤਾਪੀ ਦੇ ਜਿਹੜੇ ਚਾਲਕੀਆ ਸ਼ਾਸਕ ਪੁਲਕੇਸ਼ਨ ਦੂਜਾ ਸੀਗਾ। ਠੀਕ ਹੈ ਜੀ, ਉਸਨੇ ਜਿਹੜਾ ਵੇਂਗੀ ਹੈ ਉਹਨੂੰ ਜਿੱਤ ਲਿਆ ਸੀਗਾ। ਜਿਹੜਾ ਵੇਂਗੀ ਸੀਗੀ ਉਹ ਅਸਲ ਦੇ ਵਿੱਚ ਪਲਵਾਂ ਦੇ ਅਧਿਕਾਰ ਖੇਤਰ ਵਿੱਚ ਸੀ। ਠੀਕ ਹੈ ਜੀ, ਤੇ ਮਹਿੰਦਰ ਵਰਮਨ ਤੋਂ ਪੁਲਕੇਸ਼ਨ ਦੂਜੇ ਨੇ ਵੇਂਗੀ ਨੂੰ ਜਿੱਤ ਲਿਆ ਸੀ ਤੇ ਆਪਣੇ ਉਸ ਤੋਂ ਬਾਅਦ ਛੋਟੇ ਭਰਾ ਵਿਸ਼ਨੂੰ ਵਰਧਨ ਨੂੰ ਇਸ ਦਾ ਇੱਥੇ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਠੀਕ ਹੈ ਜੀ, ਬਾਅਦ ਵਿੱਚ ਜਾ ਕੇ ਇਹ ਜਿਹੜੀ ਵੇਂਗੀ ਹੈ ਜਿਹੜੀ ਹੈਗੀ ਚਾਲਕੀਆ ਰਾਜਵੰਸ਼, ਠੀਕ ਹੈ ਜੀ, ਦੀ ਪੂਰਬੀ ਚਾਲਕੀਆ ਰਾਜਵੰਸ਼ ਦੀ ਜਿਹੜੀ ਹੈਗੀ ਸਥਾਪਨਾ ਇੱਥੇ ਵੇਂਗੀ ਵਿੱਚ ਹੁੰਦੀ ਹੈ। ਠੀਕ ਹੈ, ਧਿਆਨ ਦੇਣਾ, ਇਹ ਪੁਲਕੇਸ਼ਨ ਦੂਜੇ ਨੇ ਵੇਂਗੀ ਨੂੰ ਜਿੱਤਿਆ ਸੀਗਾ। ਠੀਕ ਹੈ, ਉਸ ਤੋਂ ਬਾਅਦ ਇਸ ਵੇਂਗੀ ਨੂੰ ਜਿੱਤਣ ਤੋਂ ਬਾਅਦ ਆਪਣੇ ਛੋਟੇ ਭਰਾ ਵਿਸ਼ਨੂੰ ਵਰਧਨ ਨੂੰ ਇੱਥੋਂ ਦਾ ਉਪ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਸੀ ਤੇ ਬਾਅਦ ਵਿੱਚ ਇਹੀ ਵੇਂਗੀ ਹੈ ਪੂਰਬੀ ਚਾਲਕੀਆ ਦੇ ਰਾਜਵੰਸ਼ ਦੀ ਸਥਾਪਨਾ ਇੱਥੇ ਹੁੰਦੀ ਹੈ। ਵਿਸ਼ਨੂੰ ਵਰਧਨ ਹੈ ਜਿਹੜਾ ਵੇਂਗੀ ਦਾ ਜਿਹੜਾ ਚਾਲਕੀਆ ਦਾ ਹੈ ਪਹਿਲਾ ਜਿਹੜਾ ਸ਼ਾਸਕ ਬਣਦਾ ਹੈ ਤੇ ਉਸਨੇ ਪੂਰਬੀ ਚਾਲਕੀਆ ਦੀ ਰਾਜਧਾਨੀ ਵੇਂਗੀ ਨੂੰ ਬਣਾਇਆ ਤੇ 615 ਈਸਵੀ ਤੋਂ ਲੈ ਕੇ 633 ਈਸਵੀ ਤੱਕ ਇੱਥੇ ਉਸਨੇ ਆਪਣਾ ਰਾਜ ਕੀਤਾ। ਠੀਕ ਹੈ, ਇਹ ਧਿਆਨ ਰੱਖਣਾ ਹੈ। ਵਿਜੇ ਦੱਤਿਆ ਦੂਜਾ, ਠੀਕ ਹੈ ਜੀ, ਇਹ ਇਸ ਖਾਨਦਾਨ ਦਾ ਪ੍ਰਮੁੱਖ ਸ਼ਾਸਕ ਸੀਗਾ ਤੇ 108 ਮੰਦਰ ਬਣਾਉਣ ਦਾ ਜਿਹੜਾ ਸਿਰਾ ਇਸੇ ਨੂੰ ਜਾਂਦਾ ਹੈ। ਠੀਕ ਹੈ, ਇਹਦਾ ਜਿਹੜਾ ਸ਼ਾਸਨ ਕਾਲ ਦਾ ਸਮਾਂ ਜਿਹੜਾ ਉਹ 799 ਤੋਂ ਲੈ ਕੇ 887 ਈਸਵੀ ਦੇ ਤੱਕ ਇਹਦਾ ਸ਼ਾਸਨ ਕਾਲ ਹੈ। ਠੀਕ ਹੈ ਜੀ, ਅੱਗੇ ਹੈ ਜੀ ਵਿਜੇ ਦੱਤਿਆ ਸੱਤਵਾਂ, ਇਸ ਰਾਜਵੰਸ਼ ਦਾ ਜਿਹੜਾ ਆਖਰੀ ਸ਼ਾਸਕ ਸੀਗਾ ਵੇਂਗੀ ਚਾਲਕੀਆ ਦਾ, ਵਿਜੇ ਦੱਤਿਆ ਸੱਤਵਾਂ, ਇਹ ਧਿਆਨ 'ਚ ਰੱਖ ਲੈਣਾ ਜੀ। ਠੀਕ ਹੈ ਜੀ, ਵਿਜੇ ਦੱਤਾ ਜਿਹੜਾ ਪਹਿਲਾ ਸੀਗਾ ਉਹ ਬਦਾਮੀ ਚਾਲਕੀਆ ਦਾ ਸ਼ਾਸਕ ਸੀਗਾ। ਠੀਕ ਹੈ ਜੀ, ਇਹ ਆਪਾਂ ਪਿੱਛੇ ਪੜ੍ਹ ਕੇ ਗਏ ਹਾਂ। ਉਹ ਵਿੱਚ ਚਾਲਕੀਆ ਰੂਲਰ ਸੈਟਅਪ ਇਟਸ ਕੈਪੀਟਲ ਐਟ ਵੇਂਗੀ, ਦੱਸਣਾ ਹੈ ਵੇਂਗੀ ਦੇ ਵਿੱਚ ਆਪਣੀ ਜਿਹੜੀ ਕੈਪੀਟਲ ਹੈ ਕਿਸੇ ਚਾਲਕੀਆ ਸ਼ਾਸਕ ਰਾਜੇ ਨੇ ਸਥਾਪਨਾ ਕੀਤੀ ਸੀਗੀ। ਹਾਂਜੀ, ਉਹ ਸੀ ਪੁਲਕੇਸ਼ਨ ਦੂਸਰੇ ਦਾ ਜਿਹੜਾ ਛੋਟਾ ਭਰਾ ਵਿਸ਼ਨੂੰ ਵਰਧਨ। ਪੂਰਬੀ ਚਾਲਕੀਆ ਦੀ ਰਾਜਧਾਨੀ ਕਿਹੜੀ ਸੀ? ਉਹ ਸੀ ਵੇਂਗੀ। ਠੀਕ ਹੈ ਜੀ, ਧਿਆਨ ਰੱਖ ਲੈਣਾ। ਪ੍ਰਸ਼ਾਸਨ ਤੇ ਸੋਸਾਇਟੀ ਦੀ ਗੱਲ ਕਰਦੇ ਹਾਂ ਆਪਾਂ। ਹਾਂਜੀ, ਪ੍ਰਸ਼ਾਸਨ ਤੇ ਸੋਸਾਇਟੀ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਾਂ ਧਿਆਨ ਨਾਲ ਦੇਖਦੇ ਹਾਂ। ਇਹ ਪੂਰਬੀ ਚਾਲਕੀਆ ਦੀ ਜਿਹੜੀ ਰਾਜਧਾਨੀ ਸੀ ਉਹ ਵੇਂਗੀ ਸੀ
ਤੇ ਪੱਛਮੀ ਵਾਲਿਆਂ ਦੀ ਕਲਿਆਣੀ ਸੀ। ਠੀਕ ਹੈ, ਧਿਆਨ 'ਚ ਰੱਖਣਾ ਜੀ। ਪ੍ਰਸ਼ਾਸਨ ਤੇ ਸੋਸਾਇਟੀ, ਚਾਲਕੀਆ ਕੋਲ ਬਹੁਤ ਜ਼ਿਆਦਾ ਜਿਹੜੀ ਸਮੁੰਦਰੀ ਸ਼ਕਤੀ ਜਾਂ ਜਲ ਸੈਨਾ ਸੀ, ਇਹਨਾਂ ਕੋਲ ਸੰਗਠਿਤ ਫੌਜ ਸੀ ਇਹਨਾਂ ਕੋਲ, ਤੇ ਹਿੰਦੂ ਰਾਜੇ ਸੀ ਜਿਹੜੇ ਕਿ ਵੈਸ਼ਨਵ ਧਰਮ ਤੇ ਵੈਸ਼ਨਵ ਧਰਮ ਤੇ ਸ਼ੈਵ ਧਰਮ ਨੂੰ ਮੰਨਦੇ ਸੀ। ਇਸ ਤੋਂ ਬਿਨਾਂ ਬੁੱਧ ਤੇ ਜੈਨ ਧਰਮ ਦੇ ਪ੍ਰਤੀ ਇਹਨਾਂ ਨੇ ਸਹਿਣਸ਼ੀਲ ਸਨ। ਠੀਕ ਹੈ ਜੀ। ਇਸ ਸਮੇਂ ਦੇ ਦੌਰਾਨ, ਚਾਲਕੀਆ ਸਮੇਂ ਦੇ ਦੌਰਾਨ ਤਮਿਲ ਤੇ ਤੇਲਗੂ ਸਾਹਿਤ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ। ਠੀਕ ਹੈ ਜੀ। ਸਥਾਨਕ ਭਾਸ਼ਾਵਾਂ ਦੇ ਨਾਲ ਨਾਲ ਸੰਸਕ੍ਰਿਤ ਵੀ ਬਹੁਤ ਜ਼ਿਆਦਾ ਪ੍ਰਫੁੱਲਤ ਹੋਈ। 7ਵੀਂ ਸਦੀ ਦੇ ਜਿਹੜੇ ਇੱਕ ਸ਼ਿਲਾਲੇਖ ਦੇ ਵਿੱਚ ਸੰਸਕ੍ਰਿਤ ਨੂੰ ਕੁਲੀਨ ਲੋਕਾਂ ਦੀ ਜਿਹੜੀ ਭਾਸ਼ਾ ਦੱਸਿਆ ਗਿਆ। ਕੁਲੀਨ ਦਾ ਮਤਲਬ ਹੈ ਅਮੀਰ ਲੋਕਾਂ ਦੀ, ਜਦੋਂ ਕਿ ਕੰਨੜ ਜਿਹੜੀ ਆਮ ਜਨਤਾ ਦੀ ਜਿਹੜੀ ਭਾਸ਼ਾ ਜਿਹੜਾ ਉਹ ਦੱਸਿਆ ਗਿਆ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਕਲਾ ਤੇ ਆਰਕੀਟੈਕਚਰ ਦੀ ਗੱਲ ਕਰਦੇ ਹਾਂ। ਹਾਂਜੀ, ਜਿਹੜੇ ਚਾਲਕੀਆ ਵੰਸ਼ ਦੇ ਜਿਹੜੇ ਰਾਜੇ ਸੀ, ਉਹਨਾਂ ਨੇ ਧਾਰਮਿਕ ਤੇ ਧਰਮ ਨਿਰਪੱਖ ਦੋਹਾਂ ਵਿਸ਼ਿਆਂ ਨੂੰ ਦਰਸਾਉਂਦੇ ਗੁਫਾ ਮੰਦਰਾਂ ਦਾ ਨਿਰਮਾਣ ਕੀਤਾ। ਮੰਦਰਾਂ ਦੇ ਵਿੱਚ ਸੁੰਦਰ ਜਿਹੜੇ ਕੰਧ ਚਿੱਤਰ ਵੀ ਬਣਵਾਏ। ਠੀਕ ਹੈ ਜੀ। ਤੇ ਚਾਲਕੀਆ ਦੇ ਅਧੀਨ ਜਿਹੜੀ ਮੰਦਰ ਵਸਤੂ ਕਲਾ ਸੀ ਉਹ ਵੇਸਰਾ ਸ਼ੈਲੀ ਸੀ। ਇਹ ਧਿਆਨ 'ਚ ਰੱਖ ਲੈਣਾ। ਇਹ ਮੰਦਰ ਨਿਰਮਾਣ ਦੀਆਂ ਸ਼ੈਲੀਆਂ ਵੇਸਰਾ ਸ਼ੈਲੀ ਹੋ ਗਈ, ਦ੍ਰੈਵਿੜ ਸ਼ੈਲੀ ਹੋ ਗਈ, ਠੀਕ ਹੈ, ਨਾਗਰਾ ਸ਼ੈਲੀ ਹੋ ਗਈ, ਇਹ ਸਾਰੀਆਂ ਜਿਹੜੀਆਂ ਮੰਦਰ ਨਿਰਮਾਣ ਦੀਆਂ ਸ਼ੈਲੀਆਂ। ਤੇ ਵੇਸਰਾ ਸ਼ੈਲੀ ਹੈ ਜਿਹੜੀ ਉਹ ਚਾਲਕੀਆਂ ਦੇ ਨਾਲ ਸੰਬੰਧਿਤ ਹੈ। ਇਸ ਨੂੰ ਡੇਕਨ ਸ਼ੈਲੀ ਕਿਹਾ ਜਾਂਦਾ ਸੀ। ਕਰਨਾਟਕ ਦ੍ਰੈਵਿੜ ਸ਼ੈਲੀ ਕਿਹਾ ਜਾਂਦਾ ਸੀ। ਠੀਕ ਹੈ, ਨਾ ਕਿ ਦ੍ਰੈਵਿੜ। ਜਿਹੜੀ ਦ੍ਰੈਵਿੜ ਸ਼ੈਲੀ ਹੈ ਇਹਦੇ ਜਨਮਦਾਤਾ ਜਿਹੜੇ ਉਹ ਪੱਲਾ ਮੰਨੇ ਜਾਂਦੇ ਆ, ਧਿਆਨ 'ਚ ਰੱਖ ਲੈਣਾ। ਤੇ ਜਿਹੜੀ ਇਹ ਦੱਖਣ ਭਾਰਤ ਵਿੱਚ ਪਾਈ ਜਾਂਦੀ ਹੈ। ਉੱਤਰ ਭਾਰਤ ਦੇ ਵਿੱਚ ਜਿਹੜੀ ਉਹ ਜਿਹੜੀ ਸ਼ੈਲੀ ਪਾਈ ਜਾਂਦੀ ਹੈ ਉਹ ਨਗਰਾ ਸ਼ੈਲੀ ਪਾਈ ਜਾਂਦੀ ਹੈ। ਤੇ ਜਿਹੜੀ ਇਹ ਵੈਸਰਾ ਸ਼ੈਲੀ ਸੀ, ਇਹਨਾਂ ਦੋਹਾਂ ਸ਼ੈਲੀਆਂ ਦਾ ਸੁਮੇਲ ਸੀਗਾ। ਠੀਕ ਹੈ ਜੀ, ਧਿਆਨ ਰੱਖਣਾ ਹੈ। ਵੇਸਰਾ ਸ਼ੈਲੀ ਨੂੰ ਕਰਨਾਟਕਾ ਦ੍ਰੈਵਿੜ ਸ਼ੈਲੀ, ਚਾਲਕਨ ਸ਼ੈਲੀ ਜਾਂ ਡੇਕਨ ਸ਼ੈਲੀ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ। ਚਾਲਕੀਆ ਅਧੀਨ ਜਿਹੜਾ ਮੰਦਰ ਨਿਰਮਾਣ ਕਲਾ ਕਿਸ ਦੀ ਉਦਾਹਰਨ ਸੀਗੀ? ਇਹ ਵੇਸਰਾ ਸ਼ੈਲੀ ਦੀ ਉਦਾਹਰਨ ਸੀਗੀ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਜਿਹੜੀ ਦ੍ਰੈਵਿੜ ਸ਼ੈਲੀ ਹੈ ਉਹਦਾ ਜਨਮਦਾਤਾ ਜਿਹੜੇ ਉਹ ਮੰਨਿਆ ਜਾਂਦਾ ਹੈ ਪੱਲਵਾਂ ਨੂੰ, ਤੇ ਵੇਸਰਾ ਸ਼ੈਲੀ ਦਾ ਜਨਮਦਾਤਾ ਚਾਲਕੀਆ ਨੂੰ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਧਿਆਨ 'ਚ ਰੱਖਣਾ। ਹਾਂਜੀ, ਮੈਨੂੰ ਉਮੀਦ ਹੈ ਅੱਜ ਦਾ ਜਿਹੜਾ ਸੈਸ਼ਨ ਆਪ ਜੀ ਨੂੰ ਪਸੰਦ ਆਇਆ ਹੋਵੇਗਾ।